ਗੁਰੂ ਸਾਹਿਬ ਦਾ ਮਸਲਾ ਸਾਡੇ ਦਿਲ ਦਾ ਮਸਲਾ ਹੈਗਾ ਜੀ। ਉਸ ਹਰ ਦਰਵਾਜ਼ੇ ਤੇ ਗਿਆ ਹਾਂ ਜੀ ਇਹਨਾਂ 6 ਮਹੀਨਿਆਂ ਦੇ ਵਿੱਚ ਵੀ ਕਿ ਤੁਸੀਂ ਉਸ ਅਪੀਲ ਨੂੰ ਜੁਆਇਨ ਕਰ ਲਓ। ਮੰਨ ਲਓ ਮੈਂ ਹਾਰ ਗਿਆ ਤਾਂ ਮੈਂ ਸਰਕਾਰ ਤੋਂ ਹੀ ਹਾਰਾਂਗਾ ਨਹੀਂ। ਤਾਂ ਮਈ 2021 ਨੂੰ ਇੱਕ ਆਰਡਰ ਆਇਆ, ਉਹਦੇ ਵਿੱਚ LK ਯਾਦਵ ਨੂੰ ਸਿੱਟ ਦਾ ਮੁਖੀ ਲਗਾਇਆ। LK ਯਾਦਵ ਨੂੰ ਸਿੱਟ ਦਾ ਮੁਖੀ ਲਗਾਉਣ ਵਾਸਤੇ ਬਾਕੀ 7 ਅਫਸਰਾਂ ਦੀ ਵੀ ਪ੍ਰੋन्नति ਹੋਈ ਹੈ। जो सीट 1.5 ਸਾਲ ਦੇ ਵਿੱਚ ਕੋਈ ਕਾਰਗੁਜ਼ਾਰੀ ਨਹੀਂ ਦਿਖਾ ਸਕੀ, ਉਸ ਦੇ ਵਿੱਚ ਕੁਛ ਨਾ ਕੁਛ ਤਾਂ ਕਾਰਨ ਹੋਊਗਾ। ਤੁਹਾਨੂੰ ਧਮਕਾਇਆ ਵੀ ਜਾ ਰਿਹਾ ਹੈ ਸਭ ਕੁਛ, ਪਤਾ ਕਿ ਇਸ ਮਸਲੇ ਤੇ ਇਨਸਾਫ ਮਿਲੂਗਾ ਜੀ? ਮੇਰਾ ਜਵਾਬ ਵੀ ਇਹੀ ਹੈ ਕਿ ਹੁਣ ਇਨਸਾਫ ਨਹੀਂ ਮਿਲ ਸਕਦਾ ਹੈ। ਵੋਟ ਖਾਰਿਜ ਕਰਵਾਈ ਸੀ ਕਾਂਗਰਸ ਗਵਰਨਮੈਂਟ ਨੇ, ਤਾਂ ਉਹ ਇਨਸਾਫ ਮਿਲਣਾ ਨਹੀਂ। ਸਾਹਿਬ ਦੀ ਬੇਦਬੀ ਵਾਲਾ ਹੁਣ ਕਲੋਜ਼ ਕਰ ਦੇਣਾ ਚਾਹੀਦਾ ਪੰਜਾਬ ਦੀ ਜਨਤਾ ਨੂੰ। ਸੋਸਾਇਟੀ ਇਧਰ ਕੰਮ ਨਹੀਂ ਕਰ ਸਕਦੀ ਹੈ, ਭਾਵੇਂ ਸਰਕਾਰ ਆਮ ਆਦਮੀ ਪਾਰਟੀ ਦੀ ਹੋਵੇ। ਸਿੱਟ ਬਣਾਉਣ ਦਾ ਜਿਹੜਾ ਤਰੀਕਾ ਸੀ ਉਹ ਬਹੁਤ ਹੀ ਗਲਤ ਸੀ। ਗੁਰੂ ਸਾਹਿਬ ਜੀ ਦੀ ਜਿਹੜੀ ਬੇਅਦਬੀ ਹੋਈ ਸੀ, ਕਰੀਬ 7 ਸਾਲ ਹੋਣ ਵਾਲੇ ਨੇ, ਸਰਕਾਰਾਂ ਬਦਲ ਗਈਆਂ ਲੇਕਿਨ ਹਜੇ ਤੱਕ ਇਨਸਾਫ ਨਹੀਂ ਮਿਲਿਆ। ਵਿਧਾਨ ਸਭਾ ਦੇ ਵਿੱਚ ਇੱਕ ਵਾਰ ਫਿਰ ਮੁੱਦਾ ਉਠਾਇਆ ਉਸ IG ਵੱਲੋਂ ਜਿਨ੍ਹਾਂ ਨੇ ਆਪਣੀ ਜ਼ਿੰਮੇਵਾਰੀ ਸਮਝੀ ਸੀ ਇਨਸਾਫ ਨੂੰ ਲੈ ਕੇ। ਕੈਪਟਨ ਅਮਰਿੰਦਰ ਸਿੰਘ ਹੋਣੀ ਉਹ ਕਾਰਵਾਈ ਨਹੀਂ ਕਰ ਪਾਏ, ਉਹਨਾਂ ਨੇ ਫਿਰ ਅਸਤੀਫਾ ਦਿੱਤਾ, ਪਾਰਟੀ 'ਚ ਸ਼ਾਮਲ ਹੋਏ ਤੇ ਆਮ ਆਦਮੀ ਪਾਰਟੀ ਤੋਂ ਵਿਧਾਇਕ ਬਣ ਜਾਂਦੇ। ਤਾਂ ਉਹਨਾਂ ਇੱਕ ਵਾਰ ਫਿਰ ਮੁੱਦਾ ਉਠਾਇਆ ਇਸ ਮਸਲੇ ਦੇ ਵਿੱਚ ਗੁਰੂ ਸਾਹਿਬ ਦੀ ਬੇਅਦਬੀ ਨੂੰ ਲੈ ਕੇ, ਤੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸਾਡੇ ਨਾਲ ਇਸ ਸਮੇਂ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ। ਜਿਹੜਾ ਮਸਲਾ ਤੁਸੀਂ ਉਠਾਇਆ ਹੈਗਾ ਉਸ ਮਸਲੇ ਤੇ ਤੁਸੀਂ ਖੁਦ ਜ਼ਿਕਰ ਕੀਤਾ ਕਿ 7 ਸਾਲ ਹੋ ਚੁੱਕੇ ਨੇ। ਇਹ ਨਹੀਂ ਹੈ ਮੇਰਾ ਕੰਮ ਹੈ ਮਸਲਾ ਰੱਖ ਦੇਣਾ ਜੀ। ਫੈਕਟਸ ਐਜ ਇਟ ਇਜ਼ ਰੱਖ ਦਿਓ, ਜੋ ਸੱਚਾਈ ਹੈ ਸਾਹਮਣੇ ਰੱਖ ਦਿਓ। ਜੋ ਮੈਂ ਬੋਲਦਾ ਹਾਂ, ਗਾੜੀ ਤੋਂ ਰਿਲੇਟਡ ਕੇਸ ਚੱਲ ਰਹੇ ਨੇ, ਉਹਦੇ ਵਿੱਚ ਮੈਂ ਵੀ ਪਾਰਟੀ ਹਾਂ, ਤਾਂ ਮੇਰੇ ਵਕੀਲ ਦੇ ਕੋਲ ਵੀ ਬਹੁਤ ਸਾਰੇ ਡਾਕੂਮੈਂਟਸ ਨੇ। ਤਾਂ ਕੁਝ ਜੋ ਜ਼ਰੂਰੀ ਸੀਗੇ ਉਹ ਮੈਂ ਲੈ ਕੇ ਵੀ ਗਿਆ ਸੀ, ਠੀਕ ਹੈ। ਜਿਸ ਤਰ੍ਹਾਂ ਈਮੇਲ ਦਾ ਸੀਗਾ ਜਾਂ ਹੋਰ ਵੀ ਬਹੁਤ ਸਾਰੇ ਚੀਜ਼ ਮੈਂ ਲੈ ਕੇ ਗਿਆ ਹੋਇਆ ਸੀ। ਤਾਂ ਜਦੋਂ ਤੁਸੀਂ ਕੋਈ ਚੀਜ਼ ਬੋਲਦੇ ਹੋ, ਉਹਦਾ ਸਬੂਤ ਸਾਹਮਣੇ ਪੇਸ਼ ਕਰਦੇ ਹੋ। ਮੈਂ ਤਾਂ ਇਹ ਵੀ ਕਿਹਾ ਸੀ ਕਿ ਈਮੇਲ ਮੈਂ ਸਾਰਿਆਂ ਨੂੰ ਦੇ ਦਿੰਦਾ ਹਾਂ ਜੀ, ਜੋ ਕਈਆਂ ਨੂੰ ਤਾਂ ਮੈਂ ਦੇ ਵੀ ਦਿੱਤਾ, ਜਿਨ੍ਹਾਂ ਨੇ ਮਤਲਬ ਕਿਹਾ ਕਿ ਮੈਨੂੰ ਦੇ ਦਿਓ, ਮੈਂ ਦੇ ਦਿੱਤਾ, ਠੀਕ ਹੈ। ਸਾਫ਼ ਜਿਸ ਇਨਸਾਫ ਦੀ ਗੱਲ ਆਮ ਜਨਤਾ ਕਰਦੀ ਹੈ, ਜਿਸ ਇਨਸਾਫ ਦੀ ਉਡੀਕ ਦੇ ਵਿੱਚ ਆਮ ਜਨਤਾ ਹੈ, ਜਿਸ ਇਨਸਾਫ ਦੀ ਉਮੀਦ ਜਨਤਾ ਕਰ ਰਹੀ ਹੈ, ਦੇਖੋ ਉਹ ਇਨਸਾਫ ਤਾਂ 9 ਅਪ੍ਰੈਲ 2021 ਨੂੰ ਹੀ ਉਸ ਚੀਜ਼ ਤੋਂ ਤੁਸੀਂ ਕਹੋਗੇ ਕਿ ਜਦੋਂ ਰਿਪੋਰਟ ਖਾਰਿਜ ਕਰਵਾਈ ਸੀ ਕਾਂਗਰਸ ਗਵਰਨਮੈਂਟ ਨੇ, ਤਾਂ ਉਹ ਇਨਸਾਫ ਮਿਲਣਾ ਨਹੀਂ ਹੈ। ਮੈਂ ਉਦੋਂ ਵੀ ਕਿਹਾ ਸੀ, ਹਾਲਾਂਕਿ ਉਦੋਂ ਮੈਂ ਕੋਈ ਪਾਰਟੀ ਦੇ ਵਿੱਚ ਤਾਂ ਨਹੀਂ ਜੁਆਇਨ ਕੀਤਾ ਸੀ, ਮੈਂ ਤਾਂ 3 ਮਹੀਨੇ ਬਾਅਦ ਆਮ ਆਦਮੀ ਪਾਰਟੀ ਜੁਆਇਨ ਕੀਤੀ। ਤਾਂ ਉਹ ਇਨਸਾਫ ਨੂੰ ਇਨਸ਼ੋਰ ਕਰਨ ਵਾਸਤੇ ਇੱਕ ਕਦਮ ਸੀਗਾ। ਜੋ ਜੇਕਰ ਇਨਸਾਫ ਮਿਲਣਾ ਹੈ ਨਾ ਅੱਜ ਵੀ, ਤਾਂ ਜੋ ਰਿਪੋਰਟ ਖਾਰਿਜ ਹੋਈ ਹੈ ਉਸ ਦੇ ਉੱਤੇ ਅਪੀਲ ਵੀ ਮੈਂ ਕੀਤੀ ਹੋਈ ਹੈ। ਤਾਂ ਹੀ ਮੈਂ ਬਾਰ-ਬਾਰ ਬੋਲਦਾ ਸੀ। ਤੁਸੀਂ ਅਪੀਲ ਕੀਤੀ, ਸਟੇਟ ਨੇ ਨਹੀਂ ਅਪੀਲ ਕੀਤੀ ਨਾ? ਸਟੇਟ ਨੇ ਵੀ ਕੀਤੀ ਹੋਈ ਹੈ, ਲੇਕਿਨ ਉਹ ਕਾਂਗਰਸ ਸਰਕਾਰ ਨੇ ਕੀਤੀ ਹੋਈ ਹੈ। ਮੰਨ ਲਓ ਮੈਂ ਸਿੱਧੀ ਸੀ ਗੱਲ ਕਰਦਾ, ਅਸੀਂ ਅਦਾਲਤ ਦੇ ਵਿੱਚ ਜਾਵਾਂਗੇ ਤਾਂ ਉਹ ਤਾਂ ਕੁੰਵਰ ਵਿਜੇ ਪ੍ਰਤਾਪ ਵਰਸਸ ਸਟੇਟ ਆਫ ਪੰਜਾਬ ਹੈ ਨਾ ਜੀ। ਉਦੋਂ ਕਾਂਗਰਸ ਦੀ ਸਰਕਾਰ ਸੀਗੀ। ਮੈਂ ਸਪਸ਼ਟ ਗੱਲ ਕਰਦਾ, ਅਪੀਲ ਮੇਰੀ ਪੈਂਡਿੰਗ ਹੈ, ਠੀਕ ਹੈ। ਤਾਂ ਅਪੀਲ ਤਾਂ ਇਹੀ ਹੈ ਨਾ ਕਿ ਕੁੰਵਰ ਵਿਜੇ ਪ੍ਰਤਾਪ ਵਰਸਸ ਸਟੇਟ ਆਫ ਪੰਜਾਬ, ਤਾਂ ਪਹਿਲਾਂ ਕਾਂਗਰਸ ਦੀ ਸਰਕਾਰ ਸੀਗੀ। ਤਾਂ ਚਲੋ ਇੱਕ ਤਰੀਕੇ ਦੇ ਨਾਲ ਕੁੰਵਰ ਵਿਜੇ ਪ੍ਰਤਾਪ ਵਰਸਸ ਕੈਪਟਨ ਅਮਰਿੰਦਰ ਸਿੰਘ ਜਾਂ ਵਰਸਸ ਚਰਨਜੀਤ ਸਿੰਘ ਚੰਨੀ। ਅੱਜ ਕੀ ਹੋਊਗਾ? ਆਪਣੀ ਸਰਕਾਰ ਹੈ, ਦੇਖੋ। ਤਾਂ ਹੀ ਮੈਂ ਸਰਕਾਰ ਨੂੰ ਬਾਰ-ਬਾਰ ਮੈਂ ਬੋਲਦਾ ਹਾਂ, ਬੇਨਤੀ ਕਰਦਾ। ਤੁਹਾਡਾ ਮਤਲਬ ਉੱਥੇ ਸਰਕਾਰ ਬੈਕਫੁੱਟ ਤੇ ਆਏਗੀ? ਮੌਕਾ ਪੂਰਾ ਦਿਓ ਬੋਲਣ ਵਾਸਤੇ। ਮੈਂ ਬਹੁਤ ਮਤਲਬ ਇੰਟਰਸਟਿੰਗ ਔਰ ਇੰਪੋਰਟੈਂਟ ਗੱਲ ਕਰ ਰਿਹਾ ਜੀ। ਪਹਿਲਾਂ ਕੀ ਸੀਗਾ? ਉਹ ਅਪੀਲ ਕੁੰਵਰ ਵਿਜੇ ਪ੍ਰਤਾਪ ਸਿੰਘ ਵਰਸਸ ਸਟੇਟ ਆਫ ਪੰਜਾਬ ਜੀ। ਸਟੇਟ ਆਫ ਪੰਜਾਬ ਜੋ ਹੋਮ ਡਿਪਾਰਟਮੈਂਟ ਦਾ ਇੰਚਾਰਜ ਹੁੰਦਾ ਹੈ, ਤਾਂ ਪਹਿਲਾਂ ਕੌਣ ਸੀਗੇ? ਕੈਪਟਨ ਅਮਰਿੰਦਰ ਸਿੰਘ। ਬਾਅਦ ਦੇ ਵਿੱਚ ਮੰਨ ਲਓ ਚੰਨੀ ਸਾਹਿਬ ਦੇ ਕੋਲ ਵੀ ਆਧਾ ਚਾਰਜ ਚੰਨੀ ਸਾਹਿਬ ਦੇ ਕੋਲ। ਜਸਟਿਸ ਡਿਪਾਰਟਮੈਂਟ ਦੇਖੋ, ਕੋਰਟ ਕਚਹਿਰੀ ਦਾ ਸਾਰਾ ਚੰਨੀ ਸਾਹਿਬ ਦੇ ਕੋਲ ਸੀਗਾ। 50% ਪੁਲਿਸ ਡਿਪਾਰਟਮੈਂਟ ਤੇ ਕੁਝ ਹੋਰ ਡਿਪਾਰਟਮੈਂਟ ਰੰਧਾਵਾ ਸਾਹਿਬ ਦੇ ਕੋਲ ਸੀ। ਤਾਂ ਹੁਣ ਮੰਨ ਲਓ ਜਦੋਂ ਮੈਂ ਅਦਾਲਤ ਦੇ ਵਿੱਚ ਜਾਵਾਂਗਾ ਔਰ ਸਰਕਾਰ ਬਦਲ ਗਈ ਹੈ, ਤਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਵਰਸਸ ਸਟੇਟ ਆਫ ਪੰਜਾਬ, ਮਤਲਬ ਕੁੰਵਰ ਵਿਜੇ ਪ੍ਰਤਾਪ ਸਿੰਘ ਵਰਸਸ ਭਗਵੰਤ ਮਾਨ ਹੋਗਾ ਨਾ ਜੀ। ਇਸ ਚੀਜ਼ ਨੂੰ ਬਚਾਉਣ ਵਾਸਤੇ, ਇਸ ਸਿਚੁਏਸ਼ਨ ਨੂੰ ਟਾਲਣ ਵਾਸਤੇ ਮੈਂ ਬਾਰ-ਬਾਰ ਇਹੀ ਬੇਨਤੀ ਕੀਤੀ ਹੈ ਨਾ ਜੀ ਕਿ ਤੁਸੀਂ ਉਸ ਅਪੀਲ ਨੂੰ ਜੁਆਇਨ ਕਰ ਲਓ ਬਤੌਰ ਅਪੀਲੈਂਟ ਸਾਈਡ ਤੋਂ ਹੋ ਜਾਓ। ਉਹਦੇ ਵਿੱਚ ਹੋਊਗਾ ਕਿ ਮੰਨ ਲਓ ਜਿੱਤ ਕਿਸੇ ਦੀ ਵੀ ਹੋਵੇ, ਮੰਨ ਲਓ ਮੈਂ ਜਿੱਤ ਗਿਆ ਤਾਂ ਮੇਰੀ ਨਿੱਜੀ ਜਿੱਤ ਹੋਊਗੀ। ਜੇਕਰ ਸਰਕਾਰ ਉਸ ਚੀਜ਼ ਨੂੰ ਅਡਾਪਟ ਕਰ ਲੈਂਦੀ ਹੈ ਤਾਂ ਮੇਰੇ ਨਾਲ ਸਰਕਾਰ ਦੀ ਜਿੱਤ ਹੋਊਗੀ। ਮੰਨ ਲਓ ਮੈਂ ਹਾਰ ਗਿਆ
तो मैं सरकार तो ही हारांगा ना जी। और वो सरकार किस दी है? आम आदमी पार्टी दी है। चीफ मिनिस्टर कौन है? भगवंत मान साहब ने जी। होम डिपार्टमेंट का इंचार्ज कौन है? तो मान लो मैं हार गया तो मैनू हराउण वाला कौन है? भगवंत मान, होम मिनिस्टर, चीफ मिनिस्टर, स्टेट ऑफ पंजाब। तो वो सरकार वास्ते ऑकवर्ड होनी है स्थिति। इंसाफ ਨੂੰ ਯਕੀਨੀ ਬਣਾਉਣਾ ਹੈ। ਦੇਖੋ ਅੱਜ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਜੋ ਸਿੱਟ ਬਣਾਈ ਸੀ ਮੇਰੇ ਰਿਜਿਗਨੇਸ਼ਨ ਤੋਂ ਬਾਅਦ, ਮੈਂ ਬਾਰ-ਬਾਰ ਇਹੀ ਬੋਲਦਾ ਹਾਂ ਕਿ ਸਿੱਟ ਬਣਾਉਣ ਦਾ ਤਰੀਕਾ ਜਿਹੜਾ ਸੀ ਬਹੁਤ ਗਲਤ ਸੀ। ਕਾਰਨ ਤੁਸੀਂ ਗ੍ਰੇਡੇਸ਼ਨ ਲਿਸਟ ਉਦੋਂ ਦਾ ਦੇਖ ਲਓ, 35 ਤੋਂ ਉੱਪਰ ਅਫਸਰ ਸੀਗੇ ਜੋ ADGP ਜਾਂ ਉਸ ਤੋਂ ਉੱਪਰ ਸੀਗੇ। ਹਾਈ ਕੋਰਟ ਨੇ ਤਾਂ ਇਹੀ ਕਿਹਾ ਸੀ ਨਾ ਕਿ ਸਿੱਟ ਦਾ ਮੁਖੀ ਉਹ ਹੋਵੇ ਜਿਸ ਦਾ ਰੈਂਕ ADGP ਜਾਂ ਉਸ ਤੋਂ ਉੱਪਰ ਦਾ ਹੋਵੇ। ਹਾਈ ਕੋਰਟ ਨੇ ਇਹ ਨਹੀਂ ਕਿਹਾ ਸੀ ਕਿ ਕਿਸੇ IG ਨੂੰ ਤੁਸੀਂ ADGP ਪ੍ਰਮੋਟ ਕਰਕੇ ਫਿਰ ਉਹਨੂੰ ਸਿੱਟ ਦਾ ਮੁਖੀ ਲਗਾ ਦਿਓ। ਤਾਂ 35 ਤੋਂ ਉੱਪਰ ਪਹਿਲਾਂ ਤੁਸੀਂ ਸੀਗੇ ਜੀ। ਠੀਕ ਹੈ, ਕੁਝ ਡੈਪੂਟੇਸ਼ਨ ਤੇ ਗਏ ਨੇ, ਲੇਕਿਨ ਕੁਝ ਹੋਰ ਵੀ ਅਫਸਰ ਨੇ ਪੰਜਾਬ ਦੇ ਵਿੱਚ ਜੋ IPS PPS ਤੋਂ ਇਲਾਵਾ ਕਿਸੇ ਹੋਰ ਮਹਕਮੇ ਤੋਂ ਆਏ ਨੇ, ਲੇਕਿਨ 35 ਤੋਂ ਉੱਪਰ ਸੰਖਿਆ ਹੈ ਜੀ। ਉਹਨਾਂ ਨੂੰ ਤੁਸੀਂ ਨਹੀਂ ਲਗਾ ਰਹੇ ਹੋ। ਮੈਨੇ ਉਹ 35 ਅਫਸਰਾਂ 'ਚੋਂ ਕੋਈ ਵੀ ਤੁਹਾਨੂੰ ਉਸ ਲਾਇਕ ਨਹੀਂ ਮਿਲਿਆ ਜੀ। ਨਾਲ ਹੀ ਤੁਸੀਂ ਮੌਜੂਦਾ ਜਿਹੜੇ DGP ਸਾਹਿਬ ਨੇ ਉਹ ਵੀ ਤਾਂ ADGP ਸੀਗੇ। ਠੀਕ, ਇਸ ਤੋਂ ਇਲਾਵਾ 8 ਅਫਸਰਾਂ ਦੀ ਪ੍ਰੋन्नति ਹੋਈ, ਮਤਲਬ ਉਹਨਾਂ ਦਾ ਪ੍ਰਮੋਸ਼ਨ ਹੋਇਆ 4 ਮਈ 2021 ਨੂੰ ਕੈਪਟਨ ਸਾਹਿਬ ਦੀ ਸਰਕਾਰ ਨੇ ਕੀਤਾ। ਉਹਦੇ ਵਿੱਚ 8ਵੇਂ ਨੰਬਰ 'ਤੇ ਕੌਣ ਸੀਗੇ? LK यादव। ਅੱਛਾ, 7 ਮਈ 2021 ਨੂੰ ਇੱਕ ਆਰਡਰ ਆਇਆ, ਉਹਦੇ ਵਿੱਚ LK यादव ਨੂੰ ਸਿੱਟ ਦਾ ਮੁਖੀ ਲਗਾ ਦਿੱਤਾ ਗਿਆ। ਤੇ ਇਹੀ ਸਮਝਿਆ ਜਾਊਗਾ ਨਾ ਜੀ ਕਿ ਹਾਂ LK यादव ਨੂੰ ਸਿੱਟ ਦਾ ਮੁਖੀ ਲਗਾਉਣ ਵਾਸਤੇ ਬਾਕੀ 7 ਅਫਸਰਾਂ ਦੀ ਵੀ ਪ੍ਰੋन्नति ਹੋਈ ਹੈ, ਮਤਲਬ ਉਹਨਾਂ ਦਾ ਪ੍ਰਮੋਸ਼ਨ ਹੋਇਆ। ਤੇ 7 ਅਫਸਰਾਂ ਨੂੰ ਪ੍ਰਮੋਟ ਕੀਤਾ ਗਿਆ ਸਿਰਫ LK यादव ਨੂੰ ਸਿੱਟ ਦਾ ਮੁਖੀ ਬਣਾਉਣ ਵਾਸਤੇ। ਤਾਂ ਅੰਦਰ ਖਾਤੇ ਕੀ ਚੱਲਿਆ ਜੇ ਜਾਂ ਕੀ ਕੁਛ ਹੋਇਆ ਇਹ ਤਾਂ ਉਹਨਾਂ ਲੋਕਾਂ ਨੂੰ ਪਤਾ ਹੈ ਜਿਨ੍ਹਾਂ ਨੇ ਉਹ ਸਿੱਟ ਦਾ ਗਠਨ ਕੀਤਾ ਹੋਇਆ ਹੈ ਜੀ। ਉਹ ਸਿੱਟ ਜੋ ਚੀਜ਼ ਉਹਨਾਂ ਦੀ ਕਾਰਗੁਜ਼ਾਰੀ ਸੀਗੀ, ਹਾਈ ਕੋਰਟ ਨੇ ਕਿਹਾ ਸੀ ਕਿ 6 ਮਹੀਨੇ ਦੇ ਅੰਦਰ ਰਿਪੋਰਟ ਆਉਣੀ ਚਾਹੀਦੀ ਹੈ ਜੀ। ਰਿਪੋਰਟ ਤਾਂ ਅਦਾਲਤ ਦੇ ਵਿੱਚ ਦੇਣਾ ਹੈ। ਮੈਂ ਵੀ ਆਪਣੀ ਰਿਪੋਰਟ ਫਰੀਦਕੋਟ ਦੀ ਅਦਾਲਤ ਦੇ ਵਿੱਚ ਦਿੱਤੀ ਸੀ। ਤਾਂ ਮੰਨ ਲਓ ਹੁਣ 1.5 ਸਾਲ ਹੋ ਗਏ, ਮਤਲਬ ਮਈ ਮਹੀਨੇ ਤੋਂ ਤੁਸੀਂ ਦੇਖੋਗੇ ਅਪ੍ਰੈਲ ਦੇ ਵਿੱਚ ਮੇਰੀ ਰਿਪੋਰਟ ਖਾਰਿਜ ਹੋਈ ਸੀ। ਅਪ੍ਰੈਲ ਤੋਂ ਤੁਸੀਂ ਦੇਖੋ ਤਾਂ ਸਿੱਧਾ 1.5 ਸਾਲ ਹੋ ਗਿਆ। ਤਾਂ ਜੋ ਸਿੱਟ 1.5 ਸਾਲ ਦੇ ਵਿੱਚ ਕੋਈ ਕਾਰਗੁਜ਼ਾਰੀ ਨਹੀਂ ਦਿਖਾ ਸਕੀ, ਉਸ ਦੇ ਵਿੱਚ ਕੁਛ ਨਾ ਕੁਛ ਤਾਂ ਕਾਰਨ ਹੋਊਗਾ। ਵੱਡੇ ਦੇਖੋ ਦੋਸ਼ੀ ਸਾਰੇ ਵੱਡੇ ਜੀ, ਨਹੀਂ ਤਾਂ ਕਿਸੇ ਨੂੰ ਤੁਸੀਂ ਇੰਟਰੋਗੇਸ਼ਨ ਵਾਸਤੇ ਬੁਲਾ ਰਹੇ ਹੋ ਔਰ ਬਾਹਰ ਨਿਕਲ ਕੇ ਕਹਿ ਰਿਹਾ ਕਿ ਕੰਵਰ ਵਿਜੇ ਪ੍ਰਤਾਪ ਨੂੰ ਛੱਡਣਾ ਨਹੀਂ ਹੈ ਜਦੋਂ ਸਾਡੀ ਸਰਕਾਰ ਆਊਗੀ। ਮੈਂ ਅੱਜ ਵੀ ਪੁੱਛਣਾ ਚਾਹੁੰਦਾ ਹਾਂ ਉਸ ਵਿਅਕਤੀ ਨੂੰ ਕਿ ਉਹ ਜਾਵੇ 5 ਵਾਰ ਦੇ ਚੀਫ ਮਿਨਿਸਟਰ ਆਪਣੇ ਪਿਤਾ ਜੀ ਦੇ ਨਾਲ ਗੱਲ ਕਰੇਗੀ ਕਿ ਕੀ ਪਿਤਾ ਜੀ ਸਾਡੀ ਸਰਕਾਰ ਆ ਸਕਦੀ ਹੈ। ਤਾਂ ਉਹ ਜੋ ਮਤਲਬ ਜਵਾਬ ਉਹਨੂੰ ਦੇਣਗੇ ਨਾ ਜੀ, ਮੇਰੀ ਸਹਿਮਤੀ ਹੋਊਗੀ ਜੀ। ਮੇਰਾ ਚੈਲੰਜ ਹੈ ਕਿ ਉਹ ਇਹੀ ਕਹਿਣਗੇ ਕਿ ਪੁੱਤ ਤੇਰੀ ਸਰਕਾਰ ਦੁਬਾਰਾ ਨਹੀਂ ਆਉਣੀ ਹੈ, ਤੇਰੀ ਸਰਕਾਰ ਨਹੀਂ ਆਉਣੀ ਹੈ। ਫਿਰ ਵੀ ਬੰਦਾ ਬਾਹਰ ਨਿਕਲ ਕੇ ਇਹ ਕਹਿ ਰਿਹਾ ਹੈ ਨਾ ਜੀ ਕਿ ਕੰਵਰ ਵਿਜੇ ਪ੍ਰਤਾਪ ਨੂੰ ਨਹੀਂ ਛੱਡਣਾ ਹੈ। ਮੈਂ ਚੈਲੰਜ ਕੀਤਾ ਜੀ ਰਿਜ਼ਾਈਨ ਕਰਨ ਤੋਂ ਬਾਅਦ ਕਿ ਇੱਕ ਲਾਈਨ ਦੀ ਕੋਈ ਗਲਤੀ ਕੋਈ ਕੱਢ ਦੇਵੇ ਉਸ ਰਿਪੋਰਟ ਦੇ ਵਿੱਚ, ਫਿਰ ਮੈਨੂੰ ਪੁੱਛੇ ਜੀ। ਕਾਰਨ ਕਿ ਜੋ ਮਾਨਯੋਗ ਹਾਈ ਕੋਰਟ ਨੇ 9 ਅਪ੍ਰੈਲ ਨੂੰ ਜੋ ਆਦੇਸ਼ ਜਾਰੀ ਕੀਤਾ ਤੇ 23 ਅਪ੍ਰੈਲ ਨੂੰ ਜੋ ਰਿਟਨ ਆਰਡਰ ਜਾਰੀ ਕੀਤਾ, ਮੇਰੀ ਰਿਪੋਰਟ ਦੇ ਬਾਰੇ ਇੱਕ ਲਾਈਨ ਵੀ ਨਹੀਂ ਹੈ। ਇੱਕ ਲਾਈਨ ਵੀ ਨਹੀਂ ਹੈ ਕਿ ਰਿਪੋਰਟ ਦਾ ਫਲਾਣਾ ਫਿਕਰਾ ਫਲਾਣਾ ਲਾਈਨ ਗਲਤ ਹੈ ਜੀ। ਕਾਰਨ ਰਿਪੋਰਟ ਤਾਂ ਪਈ ਹੈ ਫਰੀਦਕੋਟ ਦੀ ਅਦਾਲਤ ਦੇ ਵਿੱਚ। ਜਦੋਂ ਤੁਸੀਂ ਉਸ ਰਿਪੋਰਟ ਨੂੰ ਦੇਖੋਗੇ, ਜਾਂਚ ਕਰੋਗੇ, ਤਾਂ ਹੀ ਉਹਦੇ ਵਿੱਚ ਕੋਈ ਖਾਮੀ, ਤਾਂ ਰਿਪੋਰਟ ਦੇ ਵਿੱਚ ਕਿਸੇ ਕਿਸਮ ਦੀ ਖਾਮੀ ਦਾ ਜ਼ਿਕਰ ਹਾਈ ਕੋਰਟ ਦੇ ਆਰਡਰਾਂ ਦੇ ਵਿੱਚ ਨਹੀਂ ਹੈ। ਇਸੇ ਗਰਾਊਂਡ ਦੇ ਉੱਤੇ ਤਾਂ ਮੈਂ ਚੈਲੰਜ ਕੀਤਾ ਹੋਇਆ ਹਾਂ ਜੀ। ਮੇਰਾ ਰਾਈਟ ਬੰਦਾ ਹੈ ਔਰ ਜਿਸ ਇਨਸਾਫ ਦੀ ਉਮੀਦ ਲੋਕੀ ਕਰ ਰਹੇ ਨੇ, ਜਿਸ ਇਨਸਾਫ ਦੀ ਉਮੀਦ ਔਰ ਉਡੀਕ ਲੋਕੀ ਕਰ ਰਹੇ ਨੇ, ਉਹ ਨਹੀਂ ਮਿਲ ਸਕਦਾ ਜੀ। 14 ਸਤੰਬਰ ਜਿਸ ਦਿਨ ਉਸ ਦਾ ਇੰਟਰੋਗੇਸ਼ਨ ਹੋਇਆ, ਉਸ ਤੋਂ ਬਾਅਦ ਆ ਕੇ ਜੋ ਬੰਦਾ ਇਸ ਤਰੀਕੇ ਦਾ ਬੋਲ ਗਿਆ, ਉਸ ਦੇ ਨਾਲ ਸਾਬਿਤ ਹੋ ਗਿਆ ਕਿ ਹੁਣ ਇਨਸਾਫ ਨਹੀਂ ਮਿਲਣਾ ਹੈ। ਤੁਹਾਡਾ ਸਵਾਲ ਇਹੀ ਸੀਗਾ ਔਰ ਮੇਰਾ ਜਵਾਬ ਵੀ ਇਹੀ ਹੈ ਕਿ ਹੁਣ ਇਨਸਾਫ ਨਹੀਂ ਮਿਲ ਸਕਦਾ ਹੈ ਜੀ, ਨਹੀਂ ਮਿਲ ਸਕਦਾ ਹੈ ਜੀ। ਜੋ ਮਰਜ਼ੀ ਕਰ ਲਓ, ਉਸ ਇਨਸਾਫ ਦੀ ਜਿਸ ਦੀ ਉਡੀਕ ਪੰਜਾਬ ਦੇ ਲੋਕ ਕਰ ਰਹੇ ਨੇ, ਉਸ ਇਨਸਾਫ ਦੀ ਜਿਸ ਦੀ ਉਮੀਦ ਲੋਕੀ ਕਰ ਰਹੇ ਨੇ, ਉਹ 14 ਸਤੰਬਰ ਨੂੰ ਹੀ ਖਤਮ ਹੋ ਗਿਆ ਜੀ। ਉਸ ਦੇ ਉੱਤੇ ਸਟੈਂਪ ਲੱਗ ਗਿਆ। ਨਹੀਂ ਤਾਂ ਉਸ ਬੰਦੇ ਨੂੰ ਹਿੰਮਤ ਨਹੀਂ ਹੋਣੀ ਚਾਹੀਦੀ ਸੀ ਕਿ ਹਾਂ ਇਹ ਵਾਲਾ ਐਪੀਸੋਡ ਗੁਰੂ ਸਾਹਿਬ ਦੀ ਬੇਅਦਬੀ ਵਾਲਾ ਹੁਣ ਕਲੋਜ਼ ਕਰ ਦੇਣਾ ਚਾਹੀਦਾ ਪੰਜਾਬ ਦੀ ਜਨਤਾ ਨੂੰ ਵੀ। ਕੀ ਕਰਨਾ ਚਾਹੀਦਾ ਹੈ ਮੈਂ ਨਹੀਂ ਸਮਝ ਸਕਦਾ। ਹੁਣ ਇਨਸਾਫ ਦੀ ਉਮੀਦ ਨਹੀਂ ਰੱਖਣੀ ਚਾਹੀਦੀ ਹੈ।
ਉਡੀਕ ਵੀ ਨਹੀਂ ਕਰਨੀ ਚਾਹੀਦੀ ਹੈ। ਤੁਹਾਡੀ ਪਾਰਟੀ ਤੇ ਵੀ ਖੜੇ ਹੋ ਗਏ ਨਿਸ਼ਾਨ, ਸਵਾਲ ਖੜੇ ਹੋ ਗਏ ਨੇ। ਮੈਂ ਇਸ ਬਾਰੇ ਕੋਈ ਟਿੱਪਣੀ ਨਹੀਂ ਕਰ ਸਕਦਾ ਹਾਂ। ਮੈਂ ਜ਼ਰੂਰ ਹਾਊਸ ਦੇ ਵਿੱਚ ਹੀ ਕਿਹਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਜੋ SIT ਗਠਿਤ ਕੀਤੀ ਸੀ, ਉਹ SIT ਜੋ ਉਹ ਜਿਸ ਤਰੀਕੇ ਦੀ ਹਿਦਾਇਤ ਕਰਦੇ ਸੀ ਜਾਂ ਜਿਸ ਤਰੀਕੇ ਦੇ ਨਾਲ ਜਿਹਨਾਂ ਹਾਲਾਤਾਂ ਦੇ ਵਿੱਚ ਉਹਨਾਂ ਨੇ ਉਹ SIT ਦਾ ਗਠਨ ਕੀਤਾ ਸੀ, ਉਹ SIT ਇੱਧਰ ਕੰਮ ਨਹੀਂ ਕਰ ਸਕਦੀ ਹੈ, ਭਾਵੇਂ ਸਰਕਾਰ ਆਮ ਆਦਮੀ ਪਾਰਟੀ ਦੀ ਹੋਵੇ, ਕਿਸੇ ਵੀ ਹੋਰ ਪਾਰਟੀ ਦੀ ਸਰਕਾਰ ਹੋਵੇ, ਕਿਉਂਕਿ ਉਹ ਸਿੱਟ ਬਣਾਉਣ ਦਾ ਜਿਹੜਾ ਤਰੀਕਾ ਸੀ ਉਹ ਬਹੁਤ ਹੀ ਗਲਤ ਸੀ। ਜਿਸ ਸੋਚ ਦੇ ਨਾਲ ਤੁਸੀਂ IPS ਕਰਦੇ ਹੋ, IAS ਕਰਦੇ ਹੋ, ਉਸੇ ਸੋਚ, ਉਸੇ ਜਜ਼ਬੇ ਦੇ ਨਾਲ ਨੌਕਰੀ ਵੀ ਕਰਨੀ ਚਾਹੀਦੀ ਹੈ। ਨੌਕਰੀ ਠੀਕ ਹੈ ਕਿ ਨਹੀਂ, ਇਹ ਸਰਵਿਸ ਹੈ। ਇਸ ਸਰਵਿਸ ਨੂੰ ਅਸੀਂ ਨੌਕਰੀ ਬੋਲਦੇ ਹਾਂ। ਅਸੀਂ ਸਾਰੇ ਪਬਲਿਕ ਸਰਵੈਂਟ ਹੁੰਦੇ ਹਾਂ, ਲੋਕ ਸੇਵਕ। ਜੇਕਰ ਸੰਸਕ੍ਰਿਤ ਦੇ ਵਿੱਚ ਬੋਲੋ ਸ਼ੁੱਧ ਤਾਂ ਉਹਨੂੰ ਲੋਕ ਸੇਵਕ ਕਿਹਾ ਜਾਂਦਾ ਹੈ। ਜੇਕਰ ਹਿੰਦੀ ਜਾਂ ਪੰਜਾਬੀ ਦੇ ਵਿੱਚ ਬੋਲੋ ਤਾਂ ਜਨਤਾ ਦਾ ਨੌਕਰ ਉਹਨੂੰ ਕਿਹਾ ਜਾ ਸਕਦਾ ਹੈ। ਤਾਂ ਨੌਕਰ ਨੂੰ ਨੌਕਰ ਬਣ ਕੇ ਕੰਮ ਕਰਨਾ ਚਾਹੀਦਾ ਹੈ। ਨੌਕਰ ਜਦੋਂ ਮਾਲਿਕ ਬਣ ਜਾਂਦਾ ਹੈ ਨਾ, ਤਾਂ ਫਿਰ ਦੇਖੋ ਜੋ ਮਾਲਿਕ ਹੈ ਨਾ ਡੈਮੋਕ੍ਰੇਸੀ ਦੇ ਵਿੱਚ, ਆਮ ਜਨਤਾ, ਉਹਨਾਂ ਦੀ ਹਾਲਤ ਬਹੁਤ ਖਰਾਬ ਹੋ ਜਾਂਦੀ ਹੈ। ਤਾਂ ਤੁਸੀਂ ਪਿੱਛੇ ਦਾ ਛੱਡ ਦਿਓ, ਤੁਸੀਂ 20-25 ਸਾਲਾਂ ਦਾ ਪੰਜਾਬ ਹੀ ਦੇਖ ਲਓ ਨਾ, ਤਾਂ ਜੋ ਡੈਮੋਕ੍ਰੇਸੀ ਦੇ ਮਾਲਿਕ ਨੇ ਉਹਨਾਂ ਦੀ ਹਾਲਤ ਦੇਖ ਲਓ। ਅੱਜ ਕੋਈ ਵੀ ਵਿਅਕਤੀ ਆਪਣੇ ਬੱਚੇ ਨੂੰ ਪੰਜਾਬ ਦੇ ਵਿੱਚ ਰੱਖ ਕੇ ਰਾਜੀ ਨਹੀਂ ਹੈ। ਤੁਸੀਂ ਜਾਓ, ਅੰਮ੍ਰਿਤਸਰ ਦੇ ਵਿੱਚ ਹੀ ਪਾਸਪੋਰਟ ਦਫ਼ਤਰ ਖੁੱਲ੍ਹ ਗਿਆ ਹੈ, ਚੰਡੀਗੜ੍ਹ ਦੇ ਵਿੱਚ ਵੀ ਹੈ, ਹੋਰ ਕਈ ਥਾਵਾਂ 'ਤੇ ਹੈ। ਲਾਈਨ 'ਤੇ ਲਾਈਨ, ਅੱਜ ਤੁਸੀਂ ਅਪਲਾਈ ਕਰੋਗੇ ਨਾ ਤਾਂ 4 ਮਹੀਨੇ ਦਾ ਤਾਂ ਤੁਹਾਨੂੰ ਡੇਟ ਮਿਲਣਾ ਹੈ ਜੀ। ਕਿਉਂ? ਇਹ ਅੱਜ ਤੋਂ ਨਹੀਂ, ਇਹ ਕਈ ਸਾਲਾਂ ਤੋਂ ਚੱਲਦਾ ਆ ਰਿਹਾ ਹੈ। ਮੇਰਾ ਸਵਾਲ ਹੈ, ਜਿਹੜਾ LK ਜਾਦੂ ਸਾਹਿਬ ਦਾ ਜ਼ਿਕਰ ਕਰਕੇ ਤੁਸੀਂ ਮਹਿਕਮੇ ਦੇ ਵਿੱਚ ਕਾਫੀ ਲੰਮੀ ਚੌੜੀ ਨੌਕਰੀ ਕੀਤੀ, ਅਫਸਰ ਬਹੁਤ ਘੱਟ ਹੁੰਦੇ ਜਾਣ ਵਾਲੇ ਜਿਨ੍ਹਾਂ ਦੀ ਰੀੜ੍ਹ ਦੀ ਹੱਡੀ ਕੰਮ ਕਰਦੀ, ਜ਼ਿਆਦਾ ਸਾਰੇ ਜੈਸਮੈਨ ਹੁੰਦੇ ਨੇ। ਇਹ ਚੂਜੀ ਚੁਆਇਸ ਸੀ ਕਿ ਜਾਂ ਕਮਜ਼ੋਰ ਕੜੀ ਸੀ ਜਿਹੜੀ ਕੈਪਟਨ ਅਮਰਿੰਦਰ ਸਿੰਘ ਨੇ ਇਹਨਾਂ ਲੋਕਾਂ ਨੂੰ ਬਾਈਪਾਸ ਕਰਕੇ ਬਣਾ ਦਿੱਤਾ ਗਿਆ ਜੀ? ਦੇਖੋ, 35 ਤੋਂ ਉੱਪਰ ਅਫਸਰਾਂ ਨੂੰ ਬਾਈਪਾਸ ਕੀਤਾ ਗਿਆ। ਫਿਰ ਵਨ ਫਾਈਨ ਡੇ, ਮਤਲਬ 4 ਮਈ ਨੂੰ 2021 ਇੱਕ ਪ੍ਰਮੋਸ਼ਨ ਆਰਡਰ ਆਉਂਦਾ ਹੈ। ਉਹਦੇ ਵਿੱਚ 8 ਅਫਸਰਾਂ ਦਾ ਨਾਂ ਹੈ। ਉਹਦੇ ਵਿੱਚ 8ਵੇਂ ਨੰਬਰ 'ਤੇ ਮਾਨਯੋਗ LK ਜਾਦਵ ਸਾਹਿਬ, ਠੀਕ ਹੈ। 7 ਉਹਨਾਂ ਤੋਂ ਸੀਨੀਅਰ ਜਿਹੜੇ ਅਫਸਰ ਸੀਗੇ ਉਹਨਾਂ ਨੂੰ ਵੀ ਪ੍ਰਮੋਟ ਕੀਤਾ ਗਿਆ। ਨਾ 35 ਜੋ ਉਸ ਦਿਨ ਤੱਕ ਪਹਿਲਾਂ ਸੀਗੇ ਉਹਨਾਂ 'ਚੋਂ ਕੋਈ ਕਾਬਿਲ ਰਿਹਾ, ਨਾ ਹੀ ਉਹ ਜਿਹੜੇ ਇਹਨਾਂ ਤੋਂ ਉੱਪਰ 7 ਸੀਗੇ ਉਹਨਾਂ ਨੂੰ ਕਾਬਿਲ ਸਮਝਿਆ ਗਿਆ। ਸਭ ਤੋਂ ਜੂਨੀਅਰ, ਮਤਲਬ ਜੂਨੀਅਰ ਮੋਸਟ ਅਫਸਰ ਨੂੰ, ਮਤਲਬ ਇੱਕ ਅਫਸਰ ਨੂੰ ADGP ਬਣਾਇਆ ਗਿਆ ਸਿਰਫ ਸਿੱਟ ਦਾ ਮੁਖੀ ਬਣਾਉਣ ਵਾਸਤੇ। ਹਾਈ ਕੋਰਟ ਦਾ ਇਹ ਆਰਡਰ ਨਹੀਂ ਸੀ। ਹਾਈ ਕੋਰਟ ਦਾ ਆਰਡਰ ਤਾਂ ਪਹਿਲੇ ਦਿਨ ਵਾਇਲੇਟ ਹੋ ਗਿਆ ਜਦੋਂ SIT ਦਾ ਗਠਨ ਕੀਤਾ ਗਿਆ ਹਾਈ ਕੋਰਟ ਦੀਆਂ ਨਜ਼ਰਾਂ ਦੇ ਵਿੱਚ। ਤਾਂ ਦੇਖੋ, ਉਸ ਦਿਨ ਤੱਕ ਜੋ ਅਫਸਰ ADGP ਸੀਗੇ ਉਹਨਾਂ 'ਚੋਂ ਕਿਸੇ ਇੱਕ ਨੂੰ ਬਣਾਇਆ ਜਾ ਸਕਦਾ ਸੀ, ਲੇਕਿਨ ਹਾਈ ਕੋਰਟ ਨੇ ਇਹ ਨਹੀਂ ਕਿਹਾ ਕਿ ਤੁਸੀਂ ਪ੍ਰਮੋਟ ਕਰਕੇ ADGP ਬਣਾ ਕੇ ਫਿਰ ਸਿੱਟ ਦਾ। ਜਿਹੜਾ ਸਾਰਾ ਕੁਝ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ, ਹੁਣ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਛੱਡ ਕੇ ਪਹਿਲਾਂ ਆਪਣੇ ਪੰਜਾਬ ਲੋਕ ਕਾਂਗਰਸ ਬਣਾਈ, ਹੁਣ BJP 'ਚ ਸ਼ਾਮਲ ਹੋ ਗਏ ਨੇ। ਕੈਪਟਨ ਸਾਹਿਬ ਦਾ ਕਿਵੇਂ ਫਿਊਚਰ ਦੇ ਸਿਆਸਤ ਦੇ ਤੌਰ 'ਤੇ, ਜਾਂ ਕੈਪਟਨ ਸਾਹਿਬ ਦਾ ਨਜ਼ਰੀਆ ਤੁਹਾਨੂੰ ਹੁਣ ਕਿਵੇਂ ਲੱਗ ਰਿਹਾ ਹੈ ਜੀ? ਦੇਖੋ, ਜੋ ਤੁਸੀਂ ਸਵਾਲ ਕਰ ਰਹੇ ਹੋ ਸਿਆਸਤ ਦੇ ਵਿੱਚ, ਵੈਸੇ ਮੈਂ ਤਾਂ ਨਾ ਸਿਆਸਤ ਕਰਨੀ ਹੈ ਨਾ ਸਿੱਖਣੀ ਹੈ। ਮੈਂ ਸ਼ੁਰੂ ਤੋਂ ਹੀ ਬੋਲ ਦਿੱਤਾ ਸੀ ਕਿ ਮੈਂ ਬਹੁਤ ਹੀ ਜੂਨੀਅਰ ਹਾਂ ਜੀ ਇਹਦੇ ਵਿੱਚ। ਕੈਪਟਨ ਸਾਹਿਬ ਬਹੁਤ ਸੀਨੀਅਰ ਨੇ ਜੀ, ਠੀਕ ਹੈ। ਤਾਂ ਆਮ ਲੀਡਰਾਂ ਦੀ ਤਰ੍ਹਾਂ ਮੈਂ ਕੋਈ ਮਤਲਬ ਛਿੱਟਾ ਕਸੀ ਜਾਂ ਕੋਈ ਮਤਲਬ ਟਿੱਕਾ ਟਿੱਪਣੀ ਮੈਂ ਨਹੀਂ ਕਰਾਂਗਾ। ਲੇਕਿਨ ਜੋ ਫੈਕਚੁਅਲ ਚੀਜ਼ ਹੈ ਨਾ ਜੀ, ਤੁਸੀਂ ਸੋਚੋ, ਜੋ ਬੇਅਦਬੀ ਦੇ ਕੇਸਾਂ ਦੇ ਵਿੱਚ ਕੈਪਟਨ ਸਾਹਿਬ ਨੇ ਕੀਤਾ, ਭਾਵੇਂ ਉਹਨਾਂ ਦੇ ਸਲਾਹਕਾਰਾਂ ਨੇ ਕਰਾਇਆ, ਇਸ ਮੁਲਕ ਦਾ ਸਭ ਤੋਂ ਵੱਡਾ ਚੋਣ ਰਣਨੀਤਿਕਾਰ ਸੀ, ਉਸ ਨੂੰ ਇਹਨਾਂ ਨੇ ਸਰਕਾਰੀ ਤੌਰ 'ਤੇ ਆਪਣਾ ਐਡਵਾਈਜ਼ਰ ਬਣਾਇਆ ਹੋਇਆ ਸੀ, ਪ੍ਰਿੰਸੀਪਲ ਚੀਫ ਐਡਵਾਈਜ਼ਰ। ਚਲੋ, ਉਹ ਰਣਨੀਤਿਕਾਰ ਬਣ ਕੇ 2017 ਦੇ ਵਿੱਚ ਇਹਨਾਂ ਦੇ ਨਾਲ ਉਹਨੇ ਕੰਮ ਕੀਤਾ ਸੀ, ਠੀਕ ਹੈ ਨਾ, ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਹੁਣ ਤੁਸੀਂ ਦੇਖੋਗੇ ਕਿ ਜਦੋਂ ਦੁਬਾਰਾ ਉਹ ਵਿਅਕਤੀ ਆ ਗਿਆ ਤਾਂ ਸਾਰਿਆਂ ਨੂੰ ਇਹ ਲੱਗਣ ਲੱਗਿਆ ਕਿ ਹਾਂ ਜੀ, ਜੋ ਉਹ ਕਹਿ ਰਿਹਾ ਹੈ, ਮਤਲਬ ਪ੍ਰਿੰਸੀਪਲ ਸੈਕਟਰੀ, ਵਜ਼ੀਰ, ਸਾਰੇ ਉਸ ਵਿਅਕਤੀ ਨੂੰ ਰਿਪੋਰਟ ਕਰਨ ਲੱਗ ਪਏ। ਮੈਨੂੰ ਡੇਟ ਵੀ ਯਾਦ ਹੈ ਜਿਸ ਦਿਨ ਕੈਪਟਨ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤਾ ਸੀ, 4 ਸਾਲ ਪੂਰੇ ਹੋਏ ਸੀ, 18 ਮਾਰਚ 2021। 18 ਮਾਰਚ 2021 ਨੂੰ ਉਸ ਦਿਨ ਮੇਰਾ ਟਾਈਮ ਸੀਗਾ ਪ੍ਰੈਸ ਕਾਨਫਰੰਸ ਤੋਂ ਜਸਟ ਬਾਅਦ CM ਹਾਊਸ ਦੇ ਵਿੱਚ ਮੇਰੀ ਉਹਨਾਂ ਦੇ ਨਾਲ ਮੀਟਿੰਗ ਫਿਕਸ ਸੀਗੀ। ਉੱਥੇ ਉਹ ਚੋਣ ਰਣਨੀਤਿਕਾਰ ਵੀ ਆ ਗਿਆ ਸੀ ਕਿ ਤੁਹਾਨੂੰ ਤਾਂ ਅੱਜ ਮੁਖੀ ਲਗਾ ਰਹੇ ਹਨ ਜੀ STF ਦਾ, ਸਾਰਾ ਡਰੱਗਸ ਦਾ, ADGP ਦਾ ਪੋਸਟ ਹੈ, ਤੁਸੀਂ IG ਹੋ। ਮੈਂ ਕਲੀਅਰ ਕੱਟ ਕਿਹਾ ਕਿ ਤੁਸੀਂ ਹੁੰਦੇ ਕੌਣ ਹੋ ਮੇਰੀ ਪੋਸਟਿੰਗ ਕਰਨ ਵਾਲੇ? ਮੇਰੀ ਪੋਸਟਿੰਗ ਚੀਫ ਮਿਨਿਸਟਰ ਕਰ ਸਕਦੇ ਨੇ, ਮੇਰੇ DGP ਕਰ ਸਕਦੇ ਨੇ, DGP ਸਾਹਿਬ ਵੀ ਉੱਤੇ ਸੀਗੇ। ਤੁਸੀਂ ਮੇਰੇ ਬਾਰੇ ਕਿਉਂ ਚਿੰਤਾ ਕਰ ਰਹੇ ਹੋ? ਠੀਕ ਹੈ, ਚਿੰਤਾ ਕਰੋ ਤਾਂ ਸਿਰਫ ਤੇ ਸਿਰਫ ਜੋ ਮੁਕੱਦਮਾ ਚੱਲ ਰਿਹਾ ਹੈ, ਔਰ ਉਦੋਂ ਦੇਖੋ ਡੇ ਟੂ ਡੇ ਡੇਟ ਲੱਗਦਾ ਸੀ। ਮੈਂ ਤਾਂ ਟਾਈਮ ਇਸ ਕਰਕੇ ਲਿਆ ਸੀ ਕਿ ਪੈਰਵਾਈ ਚੰਗੇ ਤਰੀਕੇ ਦੇ ਨਾਲ ਨਹੀਂ ਹੋ ਰਹੀ ਹੈ, ਕਿਉਂਕਿ ਕਿਸੇ ਕੋਰਟ ਕਚਹਿਰੀ ਦੇ ਵਿੱਚ ਕੋਈ ਮਸਲਾ ਜੇਕਰ ਲੱਗ ਜਾਵੇ ਜੀ,
ਤਾਂ ਫੈਕਟਸ ਨੂੰ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ। ਮੇਰੇ ਕੋਲੋਂ ਵੀ ਇੱਕ ਕੋਤਾਹੀ ਹੋਈ ਜੀ। ਜੋ ਮੈਂ ਹੁਣ ਐਡਵੋਕੇਟ APS ਸਰਗਿਲ ਨੂੰ ਮੈਂ ਆਪਣਾ ਵਕੀਲ ਰੱਖਿਆ ਸੀ ਨਾ ਜੀ, ਉਦੋਂ ਜੇਕਰ ਮੈਂ ਆਪਣਾ ਨਿੱਜੀ ਵਕੀਲ ਰੱਖ ਲੈਂਦਾ ਨਾ ਤਾਂ ਫਿਰ ਉਹ ਬਚਾਅ ਹੋ ਸਕਦਾ ਸੀ। ਕਿਉਂਕਿ ਲੇਕਿਨ ਮੈਨੂੰ ਇਹ ਪਤਾ ਨਹੀਂ ਸੀ ਕਿ ਸਟੇਟ ਹੀ ਚਾਲ ਖੇਡ ਰਿਹਾ ਹੈ ਜੀ। ਮੈਨੂੰ ਤਾਂ ਇਹ ਲੱਗ ਰਿਹਾ ਸੀ ਕਿ ਸਟੇਟ ਸਾਡੇ ਨਾਲ ਹੈ, ਸਟੇਟ ਪੰਜਾਬ ਦੇ ਲੋਕਾਂ ਦੇ ਨਾਲ ਹੈ, ਲੇਕਿਨ ਚੋਣ ਰਣਨੀਤੀਕਾਰ ਜਾਂ ਬਾਕੀ ਲੋਕਾਂ ਦੀ ਸਲਾਹ ਦੇ ਅਨੁਸਾਰ ਜੋ ਕੰਮ ਕੀਤਾ ਗਿਆ, ਤੁਸੀਂ ਕੈਪਟਨ ਸਾਹਿਬ ਦੀ ਗੱਲ ਕੀਤੀ ਹੈ, ਤਾਂ ਕੈਪਟਨ ਸਾਹਿਬ ਉੱਥੇ ਪਰਾਜਿਤ ਹੋ ਗਏ ਹਮੇਸ਼ਾ ਵਾਸਤੇ ਜੀ, ਹਮੇਸ਼ਾ ਵਾਸਤੇ। ਉਹਨਾਂ ਦੇ ਰਣਨੀਤੀਕਾਰ ਨੇ ਇਹ ਨਹੀਂ ਸੋਚਿਆ ਸੀ ਕਿ ਇਹ ਅਫਸਰ ਆਮ IG ਜਾਂ ਆਮ IPS ਅਫਸਰਾਂ ਵਾਂਗ ਨਹੀਂ ਹੈ ਕਿ ਇਹ ਸਾਰਾ ਕੁਝ ਮਤਲਬ ਇਹਨੂੰ ਕੋਈ ਲਾਲਚ ਦੇ ਦੋਗੇ ਪੋਸਟ ਔਰ ਉਸ ਚੀਜ਼ ਦਾ ਤੇ ਮਤਲਬ ਖੁਸ਼ ਹੋ ਕੇ ਕੰਮ ਕਰਨਾ। ਉਹਨੇ ਸੋਚਿਆ ਵੀ ਨਹੀਂ ਸੀ ਕਿ ਕੁੰਵਰ ਵਿਜੇ ਪ੍ਰਤਾਪ ਇਸਤੀਫਾ ਦੇ ਦੇਗਾ, ਉਸ ਦੀ ਰਣਨੀਤੀ ਦੇ ਵਿੱਚ ਇਹ ਨਹੀਂ ਸੀਗਾ। ਲੇਕਿਨ ਕੈਪਟਨ ਸਾਹਿਬ ਨੂੰ ਮੈਂ ਬਾਰ-ਬਾਰ ਮੈਂ ਕਿਹਾ ਸੀ ਕਿ ਜੇਕਰ ਰਿਪੋਰਟ ਖਾਰਿਜ ਹੁੰਦੀ ਹੈ ਤਾਂ ਮੇਰਾ ਨੌਕਰੀ ਕਰਨਾ ਸੰਭਵ ਨਹੀਂ ਹੈ। ਔਰ 9 ਅਪ੍ਰੈਲ ਨੂੰ ਤਰੀਕ ਸੀ, ਮੈਂ 8 ਨੂੰ ਵੀ ਕੈਪਟਨ ਸਾਹਿਬ ਦੇ ਨਾਲ ਕਾਫੀ ਲੰਮੀ ਸਾਡੀ ਮੁਲਾਕਾਤ ਹੋਈ ਸੀ, ਗੱਲਬਾਤ ਹੋਈ ਸੀ। ਉਸ ਦਿਨ ਉਹਨਾਂ ਨੇ ਲੰਚ ਵੀ ਕਰਾਇਆ ਸੀ ਮੈਨੂੰ, ਮੈਂ ਕਲੀਅਰ ਦੱਸ ਦੇਣਾ। ਲੇਕਿਨ ਮੈਂ ਕਿਹਾ ਕਿ ਦੇਖੋ ਸਰ, ਕੱਲ ਜੇਕਰ ਗੜਬੜੀ ਹੋ ਰਹੀ ਹੈ, ਕਿਉਂਕਿ ਐਡਵੋਕੇਟ ਜਨਰਲ ਕਹ ਰਹੇ ਨੇ ਕਿ ਉਹ ਬਿਮਾਰ ਨੇ, ਉਹਨਾਂ ਦਾ ਕੋਈ ਮੈਡੀਕਲ ਆਇਆ ਹੈ। 4 ਸਾਲਾਂ ਦੇ ਦੌਰਾਨ ਐਡਵੋਕੇਟ ਜਨਰਲ ਸਾਹਿਬ ਨੇ ਕਦੇ ਵੀ ਮੈਡੀਕਲ ਨਹੀਂ ਲਿਆ, ਔਰ ਇੱਕ ਦਿਨ ਵਾਸਤੇ ਕੋਈ ਮੈਡੀਕਲ ਲੈ ਰਿਹਾ ਹੈ ਤਾਂ ਕਲੀਅਰ ਹੈ। ਔਰ ਮੈਂ ਵੀ ਦੇਖੋ, ਵਕੀਲ ਤਾਂ ਚਲੋ ਮੈਂ ਨੌਕਰੀ ਛੱਡਣ ਤੋਂ ਬਾਅਦ ਬਣਿਆ, ਲੇਕਿਨ ਕੋਰਟ ਕਚਹਿਰੀ ਦੇ ਵਿੱਚ ਮੇਰਾ ਆਣਾ ਜਾਣਾ ਮਤਲਬ ਵਕੀਲਾਂ ਦੇ ਨਾਲ ਮੇਰਾ ਕਾਫੀ ਜ਼ਿਆਦਾ ਮਤਲਬ ਰਾਬਤਾ ਰਿਹਾ ਹੈ। ਕਿਉਂਕਿ ਮੈਂ ਜਦੋਂ ਤੋਂ ਨੌਕਰੀ ਜੁਆਇਨ ਕੀਤੀ, ਇੱਕ ਪੈਰ ਮੇਰਾ ਹਮੇਸ਼ਾ ਕੋਰਟ ਕਚਹਿਰੀ ਦੇ ਵਿੱਚ ਹੁੰਦਾ ਸੀ, ਮੈਂ ਕਦੇ ਵੀ ਹੈਜੀਟੇਟ ਨਹੀਂ ਕਰਦਾ ਸੀ। ਬਾਅਦ ਦੇ ਵਿੱਚ LLB ਮੈਂ ਕਰ ਲਿਆ ਸੀ। ਔਰ ਤੁਸੀਂ ਇਹ ਵੀ ਦੇਖੋਗੇ ਕਿ ਜਦੋਂ ਮੈਂ LLB ਕਰਦਾ ਸੀ ਨਾ, ਤਾਂ ਮੈਂ ਕੇਵਲ ਡਿਗਰੀ ਨਹੀਂ ਹਾਸਿਲ ਕੀਤੀ। ਕੋਈ ਵੀ ਕਾਨੂੰਨ ਦੇ ਮਾਹਿਰ, ਕੋਈ ਵਕੀਲ, ਕੋਈ ਪ੍ਰੋਫੈਸਰ ਜਾਂ ਰਿਟਾਇਰਡ ਜੱਜ ਸਾਹਿਬ ਜਾਂ ਕੋਈ ਸਰਵਿੰਗ ਜੱਜ ਸਾਹਿਬ ਨੂੰ ਵੀ ਜਦੋਂ ਮੈਨੂੰ ਪਤਾ ਲੱਗਦਾ ਸੀ ਨਾ ਕਿ ਇਹ ਚੀਜ਼, ਇਹ ਡਾਇੰਗ ਡਿਕਲੇਰੇਸ਼ਨ ਹੈ, ਫਲਾਣੇ ਜੱਜ ਸਾਹਿਬ ਨੂੰ ਜ਼ਿਆਦਾ ਨੌਲੇਜ ਹੈ ਇਸ ਬਾਰੇ, ਚਾਹੇ ਉਹ ਰਿਟਾਇਰ ਨੇ, ਚਾਹੇ ਸਰਵਿੰਗ ਨੇ ਜਾਂ ਪ੍ਰੋਫੈਸਰ ਨੇ, ਮੈਂ ਟਾਈਮ ਲੈ ਕੇ ਚਲਾ ਜਾਂਦਾ ਸੀ ਕਿ ਸਰ ਮੈਨੂੰ ਇਹਦੇ ਬਾਰੇ ਤੁਸੀਂ ਤਾਂ ਮੇਰਾ ਇਹ ਕਹਿਣਾ ਹੈ ਕਿ ਮੈਂ ਸਿਰਫ ਡਿਗਰੀ ਲੈਣ ਵਾਸਤੇ LLB ਨਹੀਂ ਕੀਤੀ। ਤਾਂ ਉਹਦੇ ਵਿੱਚ ਹੋਇਆ ਕਿ ਸਾਰਿਆਂ ਦੇ ਨਾਲ ਮੇਰਾ ਰਾਬਤਾ ਹੋ ਗਿਆ। ਤਾਂ ਜੋ ਮੈਨੂੰ ਫੀਡਬੈਕ ਆ ਰਿਹਾ ਸੀ ਨਾ, ਇੱਕ ਹੁੰਦਾ ਹੈ ਨਾ ਕਿ ਕੋਈ ਚੀਜ਼ ਜੋ ਹੋਣ ਵਾਲਾ ਹੈ ਉਹਦੇ ਬਾਰੇ ਪਹਿਲਾਂ ਤੋਂ ਹੀ ਹਵਾ ਦੇ ਵਿੱਚ ਗੱਲ ਚੱਲ ਜਾਂਦੀ ਹੈ। ਤਾਂ ਹੀ ਮੈਂ 8 ਤਾਰੀਖ ਨੂੰ ਕੈਪਟਨ ਸਾਹਿਬ ਨੂੰ ਮਿਲਿਆ ਸੀ। ਮੈਂ ਕਿਹਾ ਕਿ ਸਰ ਇਹ ਕੰਮ ਨਾ ਕਰਾਓ। ਮੈਂ ਇੱਕ ਚਿੱਠੀ ਲੈ ਕੇ ਬਣਾ ਕੇ ਗਿਆ ਸੀ ਡਰਾਫਟ, ਤੇ ਇੱਥੇ ਤੁਸੀਂ ਆਪ ਸਾਈਨ ਕਰ ਦਿਓ, ਹੋਮ ਸੈਕਟਰੀ ਸਾਹਿਬ ਕਰ ਦੇਣ, DGP ਕਰ ਦੇਣ, ਮੈਨੂੰ ਫਾਰਿਗ ਕਰ ਦਿਓ, ਲੇਕਿਨ ਰਿਪੋਰਟ ਬਚਾਓ। ਕਿਉਂਕਿ ਰਿਪੋਰਟ ਜੇਕਰ ਖਾਰਿਜ ਹੋ ਜਾਂਦੀ ਹੈ ਤਾਂ ਪੰਜਾਬ ਦੇ ਲੋਕਾਂ ਨੂੰ ਇਨਸਾਫ ਨਹੀਂ ਮਿਲਣਾ ਹੈ। ਮੈਂ ਕਿਹਾ ਸੀ ਕਿ ਮੈਨੂੰ ਹਟਾ ਦਿਓ, ਕਿਉਂਕਿ 90% ਤੋਂ ਉੱਪਰ ਤਫਤੀਸ਼ ਹੋ ਗਈ ਸੀਗੀ। ਤਫਤੀਸ਼ ਬਕਾਇਆ ਕੀ ਸੀਗਾ? ਸਿਰਫ ਕਿ ਸੁਖਬੀਰ ਬਾਦਲ ਨੂੰ ਚਲਾਨ ਕਰਨਾ ਹੈ ਕਿ ਨਹੀਂ ਕਰਨਾ ਹੈ। ਕੈਪਟਨ ਸਾਹਿਬ ਰਾਜੀ ਸੀਗੇ, ਲੇਕਿਨ ਉਹਨਾਂ ਦੇ ਸਲਾਹਕਾਰ ਰਾਜੀ ਨਹੀਂ ਹੁੰਦੇ ਸੀ। ਤੇ ਇਸ ਕਰਕੇ ਸਿਆਸਤ ਦੀ ਧਰਾਤਲ ਦੇ ਉੱਤੇ ਕੈਪਟਨ ਸਾਹਿਬ ਉਸ ਦਿਨ ਮਾਤ ਖਾ ਗਏ। ਕਿਉਂ? ਉਹਨਾਂ ਨੇ ਮੇਰੀ ਗੱਲ ਨਹੀਂ ਸੁਣੀ, ਉਹਨਾਂ ਨੇ ਆਪਣੇ ਸਲਾਹਕਾਰਾਂ ਦੀ ਗੱਲ ਸੁਣੀ। ਤੁਸੀਂ ਉਹਨਾਂ ਦੇ ਹੀ ਸਵਾਲ ਕੀਤਾ, ਮੈਂ ਉਹਨਾਂ ਦਾ ਹੀ ਜਵਾਬ ਦਿੰਦਾ। ਸੈਕੰਡ ਚੀਜ਼ ਤੁਸੀਂ ਦੇਖੋ, ਜਦੋਂ 2017 ਦਾ ਇਲੈਕਸ਼ਨ ਚੱਲ ਰਿਹਾ ਸੀ, ਠੀਕ ਹੈ, ਉਦੋਂ ਕੈਪਟਨ ਸਾਹਿਬ ਨੇ ਬਾਰ-ਬਾਰ ਪਬਲਿਕ ਨੂੰ ਇਹੀ ਕਿਹਾ ਸੀ ਨਾ ਉਹਨਾਂ ਨੇ ਕਿ ਮੇਰਾ ਆਖਰੀ ਇਲੈਕਸ਼ਨ ਹੈ, ਕਿ ਇਸ ਤੋਂ ਬਾਅਦ ਇਲੈਕਸ਼ਨ ਨਹੀਂ ਲੜਨਾ ਹੈ। ਉਹ ਆਵਾਜ਼ ਪਬਲਿਕ ਦੇ ਕੋਲ ਵੀ ਤੇ ਪਰਮਾਤਮਾ ਦੀ ਅਦਾਲਤ ਦੇ ਵਿੱਚ ਵੀ, ਉਹਨਾਂ ਦੀ ਕਚਹਿਰੀ ਦੇ ਵਿੱਚ ਚਲੀ ਗਈ। ਤਾਂ ਜਿਨ੍ਹਾਂ ਨੇ 2017 ਦੇ ਵਿੱਚ ਆਪਣਾ ਆਖਰੀ ਇਲੈਕਸ਼ਨ ਲੜ ਲਿਆ, ਤੁਸੀਂ ਦੇਖੋ ਕਿ ਉਹ ਭਾਵੇਂ ਕਿਸੇ ਵੀ ਪਾਰਟੀ ਦੇ ਵਿੱਚ ਜਾਣ, ਆਖਰੀ ਇਲੈਕਸ਼ਨ ਲੜ ਚੁੱਕੇ ਨੇ। ਤਾਂ ਹੀ ਇਲੈਕਸ਼ਨ ਦੇ ਦੌਰਾਨ ਜਦੋਂ ਤੁਸੀਂ ਸਵਾਲ ਕਰਦੇ ਸੀ ਤਾਂ ਮੈਂ ਇਹੀ ਬੋਲਦਾ ਸੀ ਨਾ ਕਿ ਮੈਂ ਕੈਪਟਨ ਸਾਹਿਬ ਨੂੰ ਇਹੀ ਕਹਾਂਗਾ ਕਿ ਤੁਸੀਂ ਇਲੈਕਸ਼ਨ ਨਹੀਂ ਲੜੋ, ਕਿਉਂਕਿ ਜ਼ਮਾਨਤ ਜ਼ਬਤ ਹੋ ਜਾਏਗੀ। ਇਹੀ ਬੋਲਦਾ ਸੀ। ਚਲੋ ਜ਼ਮਾਨਤ ਬਚ ਗਈ ਕਿਸੇ ਤਰੀਕੇ ਦੇ ਨਾਲ, ਲੇਕਿਨ 2 ਵਾਰ ਦਾ ਚੀਫ ਮਿਨਿਸਟਰ ਔਰ ਪੰਜਾਬ ਦੀ ਸਿਆਸਤ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਔਰ ਕੈਪਟਨ ਅਮਰਿੰਦਰ ਸਿੰਘ, ਇਹ 2 ਹੀ ਨਾਂ ਚੱਲਦੇ ਨੇ ਹੁਣ ਤੱਕ ਵੀ, ਠੀਕ ਹੈ ਨਾ। ਬਾਅਦ ਦੇ ਵਿੱਚ ਆਪਣਾ ਔਰਾ ਕੋਈ ਵੀ ਬਣਾ ਲਵੇ ਵੱਖਰੀ ਗੱਲ ਹੈ, ਲੇਕਿਨ ਅੱਜ ਵੀ ਦੇਖੋ ਪ੍ਰਕਾਸ਼ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਦਾ ਹੀ ਨਾਂ ਚੱਲਦਾ ਹੈ। ਪਿਛਲੇ 30 ਸਾਲਾਂ ਦੇ ਦੌਰਾਨ ਤੁਸੀਂ ਦੇਖੋ, 30 ਸਾਲਾਂ ਦੇ ਵਿੱਚ ਇਹੀ ਰਹੇ ਨੇ ਚੀਫ ਮਿਨਿਸਟਰ, 2 ਸਾਲ ਵਾਸਤੇ ਕੁਝ ਹੋਰ ਲੋਕ ਵੀ ਰਹੇ ਨੇ। ਤੇ ਲੇਕਰ ਕੈਪਟਨ ਅਮਰਿੰਦਰ ਸਿੰਘ ਹਾਰ ਜਾਣ, ਪ੍ਰਕਾਸ਼ ਸਿੰਘ ਬਾਦਲ ਹਾਰ ਜਾਣ, ਮੈਂ ਕਿਹਾ ਸੀ ਕਿ ਇਹਨਾਂ ਨੂੰ ਇਲੈਕਸ਼ਨ ਲੜਨਾ ਨਹੀਂ ਚਾਹੀਦਾ ਹੈ। ਬਾਦਲ ਸਾਹਿਬ ਵੀ ਨਹੀਂ ਚਾਹੁੰਦੇ ਸੀ, ਲੇਕਿਨ ਉਹਨਾਂ ਦੇ ਪੁੱਤਰਾਂ ਨੇ ਜਾਂ ਜੋ ਸੀਗੇ ਉਹਨਾਂ ਨੇ ਜ਼ਬਰਦਸਤੀ ਇਲੈਕਸ਼ਨ ਲੜਾਇਆ ਸੀ, ਠੀਕ ਹੈ। ਤੇ ਜੇਕਰ ਕੈਪਟਨ ਅਮਰਿੰਦਰ ਸਿੰਘ 2017 ਦੇ ਵਿੱਚ ਆਪਣਾ ਆਖਰੀ ਇਲੈਕਸ਼ਨ ਲੜ ਚੁੱਕੇ ਸੀ, ਤਾਂ ਉਹਨਾਂ ਦਾ ਹੁਣ ਕੋਈ ਸਿਆਸੀ ਕੈਰੀਅਰ ਨਹੀਂ ਰਹਿ ਗਿਆ। ਉਹਨਾਂ ਨੂੰ ਚਾਹੀਦਾ ਹੈ, 80 ਸਾਲ ਤੋਂ ਜ਼ਿਆਦਾ ਉਮਰ ਹੋ ਗਈ ਹੈ, ਚੀਫ ਮਿਨਿਸਟਰ ਰਹਿ ਚੁੱਕੇ ਨੇ। ਮੈਂ ਸਲਾਹ ਦੇਣ ਵਾਲਾ ਕੋਈ ਨਹੀਂ ਹਾਂ। ਬਰਗਾੜੀ ਕੇਸ ਦੇ ਵਿੱਚ ਬਹੁਤ ਵੱਡੀ ਉਹਨਾਂ ਨੇ ਗਲਤੀ ਕਰ ਲਈ। BJP ਦਾ ਨੁਕਸਾਨ ਹੀ ਨੁਕਸਾਨ ਹੈ ਜੀ, ਮੈਂ ਕਲੀਅਰ ਕਰਦਾ ਹਾਂ, ਕਿਉਂਕਿ ਪੰਜਾਬ ਦੇ ਲੋਕਾਂ ਨੇ
ਵਿਸ਼ਵਾਸ ਨਹੀਂ ਕਰਨਾ ਹੈ। ਬੀਜੇਪੀ ਨੇ ਇਹ ਸੋਚਿਆ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ ਮਤਲਬ ਉਹ ਪੰਜਾਬ ਦੇ ਵਿੱਚ ਆਪਣਾ ਆਧਾਰ ਬਣਾ ਲੈਣਗੇ, ਲੇਕਿਨ ਕੈਪਟਨ ਅਮਰਿੰਦਰ ਸਿੰਘ ਦਾ ਤਾਂ ਆਪਣਾ ਆਧਾਰ ਖਤਮ ਹੋ ਗਿਆ ਹੈ। ਖਾਸ ਕਰਕੇ ਬਰਗਾੜੀ ਕੇਸ ਦੇ ਵਿੱਚ ਜੋ ਉਹਨਾਂ ਨੇ ਕੀਤਾ ਜਾਂ ਉਹਨਾਂ ਦੇ ਸਲਾਹਕਾਰਾਂ ਦੇ ਕਹਿਣ ਤੇ ਉਹਨਾਂ ਨੇ ਕੀਤਾ, ਤੇ ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਦਾ ਕੋਈ ਆਧਾਰ ਨਹੀਂ ਹੈ। ਪੰਜਾਬ ਦੀ ਜਨਤਾ ਬਰਗਾੜੀ ਕੇਸ ਨੂੰ ਲੈ ਕੇ ਆਲਰੇਡੀ ਦੇਖੋ ਗੁੱਸੇ ਦੇ ਵਿੱਚ ਹੈ, ਔਰ ਗੁੱਸੇ ਦੇ ਵਿੱਚ ਨਹੀਂ ਹੋਰ ਵੀ ਤੁਸੀਂ ਮਤਲਬ ਮੈਂ ਬਹੁਤ ਹੀ ਸੌਫਟ ਟਰਮ ਯੂਜ਼ ਕਰ ਰਿਹਾ ਤਾਂ ਬੀਜੇਪੀ ਕੈਪਟਨ ਸਾਹਿਬ ਨੂੰ ਲੈ ਕੇ ਸੋਚ ਰਹੀ ਹੈ ਕਿ ਉਹ ਤੀਰ ਮਾਰ ਲੇਗੀ। ਉਹਨਾਂ ਦਾ ਆਪਣਾ ਨੁਕਸਾਨ ਹੋ ਗਿਆ ਜੀ, ਬੀਜੇਪੀ ਦਾ ਨਿੱਜੀ ਨੁਕਸਾਨ ਹੋ ਗਿਆ ਕੈਪਟਨ ਸਾਹਿਬ ਨੂੰ ਲੈਣ ਦੇ ਨਾਲ। ਤੇ ਇਸ ਕਰਕੇ ਮੈਂ ਬਹੁਤ ਜ਼ਿਆਦਾ ਟਿੱਪਣੀ ਨਹੀਂ ਕਰਾਂਗਾ, ਲੇਕਿਨ ਇਹ ਜ਼ਰੂਰ ਹੈ ਕਿ ਨਾ ਕੈਪਟਨ ਸਾਹਿਬ ਨੂੰ ਕੋਈ ਫਾਇਦਾ ਨਾ ਬੀਜੇਪੀ ਨੂੰ ਫਾਇਦਾ। ਬੀਜੇਪੀ ਦਾ ਤਾਂ ਨੁਕਸਾਨ ਹੀ ਨੁਕਸਾਨ ਹੈ ਜੀ, ਟੋਟਲ ਨੁਕਸਾਨ ਹੈ। ਤੇ ਇਸ ਕਰਕੇ ਮੈਂ ਇਹੀ ਕਹਾਂਗਾ, ਤੁਸੀਂ ਕੈਪਟਨ ਸਾਹਿਬ ਦੀ ਗੱਲ ਕੀਤੀ ਤਾਂ ਹੀ ਮੈਂ ਕਹਿ ਰਿਹਾ ਕਿ ਉਹਨਾਂ ਨੂੰ ਸਿਆਸਤ ਤੋਂ ਹੁਣ ਮਤਲਬ ਸੰਨਿਆਸ ਲੈ ਲੈਣਾ ਚਾਹੀਦਾ ਹੈ। ਉਹ ਚਲੋ ਜੇਕਰ ਬੀਜੇਪੀ ਇੱਕ ਗਵਰਨਰ ਦਾ ਪੋਸਟ ਵੀ ਉਹਨਾਂ ਨੂੰ ਦਿੰਦੀ ਹੈ ਨਾ ਤਾਂ ਇੱਕ ਪੋਸਟ ਗਵਰਨਰ ਦਾ ਖਰਾਬ ਹੋ ਜਾਏਗਾ ਜੀ। ਉਹ ਆਪਣੇ ਕਿਸੇ ਲੀਡਰ ਨੂੰ ਮਤਲਬ ਐਡਜਸਟ ਕਰ ਸਕਦੇ ਸੀ, ਲੇਕਿਨ ਮੈਂ ਨਹੀਂ ਸਮਝਦਾ ਹਾਂ ਕਿ ਹਾਂ ਉਹਨਾਂ ਨੂੰ। ਆਖਰੀ ਸਵਾਲ ਆ ਕਿ ਇਸ ਰਿਪੋਰਟ ਨੂੰ ਲੈ ਕੇ ਤੁਸੀਂ ਭਗਵੰਤ ਮਾਨ ਸਾਹਿਬ ਦੇ ਨਾਲ ਮੁਲਾਕਾਤ ਕੀਤੀ ਹੈਗੀ ਜੀ? ਜਿੱਦਾਂ ਕੈਪਟਨ ਸਾਹਿਬ ਦੇ ਨਾਲ ਮੁਲਾਕਾਤਾਂ ਕੀਤੀਆਂ ਕਿ ਪੰਜਾਬ ਚਲੋ ਇਨਸਾਫ ਦੇਣਾ ਚਾਹੀਦਾ, ਬਹੁਤ ਵੱਡਾ ਮਸਲਾ, ਸਾਡੇ ਗੁਰੂ ਸਾਹਿਬ ਦਾ ਮਸਲਾ, ਸਾਡੇ ਦਿਲ ਦਾ ਮਸਲਾ ਹੈਗਾ ਜੀ। ਇੱਕ ਕਦੀ ਭਗਵੰਤ ਮਾਨ ਸਾਹਿਬ ਦੇ 6 ਮਹੀਨੇ 'ਚ ਮੀਟਿੰਗ ਹੋਈ ਜੀ? नहीं देखो साड़ी बहुत मीटिंग हुई है और अंदरली गल मैं नहीं बोलूँगा, क्योंकि देखो मैं पार्टी का एक डिसिप्लिनड मैंबर हाँ और दूसरा ये इंसाफ भी दिलाना है जी। तो देखो दो कंट्राडिक्शन है जी आपस दे विच, एक पार्टी का भी देखना है, दूसरा इंसाफ भी दिलाना है जी। मैं उस हर दरवाजे ते गया हाँ जी इन्हां 6 महीनों के विच भी, उस तो पहला भी। तुसी देखो कि जो बंदा फुलका साहब दे कोल जा सकता है, मैं जिक्र किया सी ਜਦੋਂ ਰਿਪੋਰਟ ਖਾਰਿਜ ਹੋਈ ਸੀ, ਫੁਲਕਾ ਸਾਹਿਬ ਇੱਕ ਨਜ਼ਰ ਆ ਗਏ ਮੀਡੀਆ ਦੇ ਵਿੱਚ ਕਿ ਦੇਖੋ ਜੀ ਇਹ ਹੋ ਗਿਆ ਉਹ ਹੋ ਗਿਆ, ਹੁਣ ਇਹ ਹੋਣਾ ਚਾਹੀਦਾ ਹੈ, ਇਹ ਹੋਣਾ ਚਾਹੀਦਾ। ਮੈਂ ਕਿਹਾ ਕਿ ਫੁਲਕਾ ਸਾਹਿਬ ਤੁਹਾਨੂੰ ਕੋਈ ਹੱਕ ਨਹੀਂ ਹੈ ਬੋਲਣ ਦਾ, ਕਿਉਂਕਿ ਤੁਹਾਨੂੰ ਮੈਂ ਬੇਨਤੀ ਕੀਤੀ ਸੀ ਕਿ ਤੁਸੀਂ ਐਪੀਅਰ ਹੋਵੋ। ਉਹਨਾਂ ਦਾ ਇੱਕੋ ਜਵਾਬ ਸੀ ਕਿ ਕੁੰਵਰ ਵਿਜੇ ਪ੍ਰਤਾਪ ਮੈਂ ਅੱਜ ਤੱਕ ਹਾਈ ਕੋਰਟ ਦੇ ਵਿੱਚ ਐਪੀਅਰ ਨਹੀਂ ਹੋਇਆ ਹਾਂ, ਮੈਂ ਸੁਪਰੀਮ ਕੋਰਟ ਦਾ ਵਕੀਲ ਹਾਂ। ਮੈਂ ਕਿਹਾ ਸੀ ਕਿ ਤੁਹਾਨੂੰ ਤਾਂ ਇਸ ਕੇਸ ਦੇ ਵਿੱਚ, ਕਿਉਂਕਿ ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਸੰਬੰਧ ਰੱਖਦਾ ਹੈ, ਔਰ ਮੈਂ ਸਾਰਾ ਡਾਕੂਮੈਂਟ ਜੋ ਇੱਕ ਵਕੀਲ ਨੂੰ ਦਿੱਤਾ ਜਾ ਸਕਦਾ ਹੈ, ਆਪਣੇ ਵਕੀਲ ਨੂੰ ਜਾਂ ਸਰਕਾਰੀ ਵਕੀਲ ਨੂੰ ਮੈਂ ਦਿੱਤਾ ਸੀ, ਸਾਰਾ ਲੈ ਕੇ ਗਿਆ ਸੀ ਉਹਨਾਂ ਦੇ, ਠੀਕ ਹੈ, ਜਾਂ ਮੈਂ ਭਿਜਵਾਇਆ ਸੀ ਕਿ ਸਰ ਇਹ ਤੁਸੀਂ ਲੜੋ, ਔਰ ਤੁਸੀਂ ਇੱਕ ਵਾਰ ਦੋ ਵਾਰ ਐਪੀਅਰ ਹੋ ਗਏ ਨਾ ਤਾਂ ਸਾਡੀ ਜੀਤ ਹੋ ਜਾਊਗੀ। ਕਾਰਨ ਕਿ ਦੇਖੋ ਖਾਰਿਜ ਰਿਪੋਰਟ ਦੇ ਵਿੱਚ ਕੋਈ ਜ਼ਿਕਰ ਨਹੀਂ ਹੈ ਨਾ ਮੇਰੀ ਰਿਪੋਰਟ ਜਾਂ ਮੇਰੇ ਚਲਾਨ ਦੇ ਬਾਰੇ ਕੋਈ ਜ਼ਿਕਰ ਨਹੀਂ ਹੈ। ਚਲਾਨ ਤਾਂ ਫਰੀਦਕੋਟ ਦੇ ਵਿੱਚ ਹੈ ਜੀ, ਚਲਾਨ ਜੇਕਰ ਫਰੀਦਕੋਟ ਦੇ ਵਿੱਚ ਹੈ ਔਰ ਉਹਦੇ ਵਿੱਚ ਸਿਰਫ ਪ੍ਰੈਜੈਂਟੇਸ਼ਨ ਹੀ ਸੀਗਾ ਨਾ ਜੀ। ਜੇਕਰ ਮੰਨ ਲਓ ਮੇਰੇ ਤੇ ਵਿਸ਼ਵਾਸ ਨਹੀਂ ਹੈ, ਲੇਕਿਨ ਟਰਾਇਲ ਤਾਂ ਤੁਸੀਂ ਕਰਵਾ ਸਕਦੇ ਹੋ ਨਾ ਜੀ। ਮੰਨ ਲਓ ਗਿਆਨੀ ਇਕਬਾਲ ਸਿੰਘ ਜੀ ਸਾਬਕਾ ਜਥੇਦਾਰ ਤਖਤ ਸ੍ਰੀ ਪਟਨਾ ਸਾਹਿਬ, ਉਹਨਾਂ ਦਾ ਬਿਆਨ ਹੈ, 7 ਸਫ਼ਿਆਂ ਦਾ ਬਿਆਨ ਹੈ ਜੀ, ਹੱਥ ਲਿਖਿਤ ਬਿਆਨ ਹੈ, ਮੈਂ ਨਹੀਂ ਲਿਖਿਆ। ਉਹ ਜੇਕਰ ਆਪਣੀ ਫਾਈਲ ਤੇ ਮਤਲਬ ਮੈਂ ਲਗਾ ਕੇ ਚਲਾਨ ਦਾ ਹਿੱਸਾ ਬਣਾਇਆ ਹਾਂ, ਮੇਰਾ ਕੋਈ ਕਸੂਰ ਤਾਂ ਹੈ ਨਹੀਂ ਜੀ। ਜੋ ਸਰਦਾਰ ਤਰਲੋਚਨ ਸਿੰਘ ਜੀ ਸਾਬਕਾ ਚੇਅਰਮੈਨ ਘੱਟ ਗਿਣਤੀ ਕਮਿਸ਼ਨ, ਉਹਨਾਂ ਦਾ ਬਿਆਨ ਈਮੇਲ ਦੇ ਰਾਹੀਂ, ਉਹਨਾਂ ਦਾ ਖੁਦ ਲਿਖਿਤ ਬਿਆਨ ਹੈ ਜੀ। ਉਹ ਈਮੇਲ ਫਿਰ ਅਦਾਲਤ ਦੇ ਵਿੱਚ ਰੱਖਿਆ ਜਾਣਾ ਹੈ ਜੀ। ਉੱਥੇ ਸਰਦਾਰ ਤਰਲੋਚਨ ਸਿੰਘ ਜੀ ਆਉਣਗੇ, ਪੁੱਛਿਆ ਜਾਊਗਾ ਕਿ ਹਾਂ ਈਮੇਲ ਤੁਸੀਂ ਸੈਂਡ ਕੀਤੀ ਹੈ, ਉਹ ਕਹਿਣਗੇ ਕਿ ਹਾਂ ਮੈਂ ਸੈਂਡ ਕੀਤੀ ਹੈ। ਜੇਕਰ ਉਹ ਕਹਿੰਦੇ ਨੇ ਕਿ ਮੈਂ ਨਹੀਂ ਸੈਂਡ ਕੀਤੀ ਹੈ ਤਾਂ ਚਲੋ ਉੱਥੇ ਖਤਮ ਹੋ ਗਿਆ, ਉੱਥੇ ਅਸੀਂ ਸਵਾਲ ਕਰਦੇ। ਤੇ ਹੁਣ ਜਦੋਂ ਉਹ ਕਹਿਣਗੇ ਕਿ ਹਾਂ ਜੀ ਇਹ ਈਮੇਲ ਮੈਂ ਆਪਣੇ ਵੱਲੋਂ ਸੈਂਡ ਕੀਤੀ ਹੈ ਤੇ ਇਹੀ ਮੇਰਾ ਬਿਆਨ ਹੈ, ਤਾਂ ਆਪੋਜਿਟ ਧਿਰ ਦਾ ਜਿਹੜਾ ਐਡਵੋਕੇਟ ਨੇ ਉਹ ਸਵਾਲ ਕਰਨਗੇ। ਇਹ ਤਾਂ ਜਿਰਾ ਤਾਂ ਹੋਣਾ ਹੈ ਨਾ, ਕ੍ਰੋਸ ਐਗਜ਼ਾਮੀਨੇਸ਼ਨ ਤੇ ਕ੍ਰੋਸ ਐਗਜ਼ਾਮੀਨੇਸ਼ਨ ਇਹ ਤਾਂ ਹੋਣਾ ਹੈ ਅਦਾਲਤ ਦੇ ਵਿੱਚ। ਤਾਂ ਇਹ ਲੋਕ ਡਰ ਕਿਉਂ ਗਏ ਇਹ ਦੱਸੋ? ਕਿਉਂ ਕਿ ਸਰਦਾਰ ਤਰਲੋਚਨ ਸਿੰਘ ਜੀ ਬਿਆਨ ਦੇਣਗੇ ਕੋਰਟ ਦੇ ਵਿੱਚ, ਉਹ ਮੁਕਰ ਨਹੀਂ ਸਕਦੇ। ਗਿਆਨੀ ਇਕਬਾਲ ਸਿੰਘ ਜੀ ਜੋ ਮਤਲਬ ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਰਹੇ ਨੇ, ਉਹ ਮੁਕਰ ਨਹੀਂ ਸਕਦੇ। ਉਹ ਅਜੀਤ ਸਿੰਘ ਜੋ 45 ਦਿਨ ਤੱਕ DMC ਦੇ ਵਿੱਚ ਜ਼ਹਿਰ ਇਲਾਜ ਰਿਹਾ ਜੀ, ਉਹਦਾ ਇਲਾਜ ਹੋਇਆ 45 ਦਿਨ। ਕੀ ਸੁਖਬੀਰ ਬਾਦਲ ਨੂੰ ਪਤਾ ਨਹੀਂ ਲੱਗਿਆ 45 ਦਿਨ? ਹੋਮ ਮਿਨਿਸਟਰ ਸੀਗਾ, ਕੀ ਮੁਕੱਦਮਾ ਉਦੋਂ ਦਰਜ ਨਹੀਂ ਹੋ ਸਕਦਾ ਸੀ? ਉਹ ਗੋਲੀ ਗਈ ਕਿੱਥੇ? ਇੱਧਰੋਂ ਗੋਲੀ ਲੱਗ ਕੇ ਇੱਧਰ ਪਾਰ ਕਰਕੇ ਦੂਜੇ ਪੱਟ ਦੇ ਵਿੱਚ ਜਾ ਕੇ ਲੱਗੀ ਸੀ। ਉਹ ਗੋਲੀ ਹੈ ਕਿੱਥੇ ਜੀ? ਤੇ ਜ਼ਿੰਮੇਵਾਰ ਕੌਣ ਹੋਗਾ ਜੀ? ਸੁਖਬੀਰ ਬਾਦਲ ਜਾਂ ਉਦੋਂ ਦਾ DGP ਜਾਂ ਉੱਥੇ ਜੋ ਮੌਕੇ ਤੇ ਜਿਨ੍ਹਾਂ ਨੇ IG ਭੇਜਿਆ ਸੀ ਜਾਂ ਉੱਥੇ ਦਾ SSP ਜਾਂ SHO। ਤਾਂ ਮੈਂ ਇਹਨਾਂ ਦੀ ਕਲੈਕਟਿਵ ਰਿਸਪੌਂਸਿਬਿਲਿਟੀ ਹੀ ਫਿਕਸ ਕੀਤੀ ਹੈ ਨਾ ਜੀ। ਮੰਨ ਲਓ ਬੂਟਾ ਸਿੰਘ
ਬੂਟਾ ਸਿੰਘ ਮੈਂ ਫੇਸਬੁੱਕ ਤੇ ਵੀ ਸ਼ੇਅਰ ਕੀਤਾ ਸੀ ਕੁਝ ਸਮਾਂ ਪਹਿਲਾਂ, ਉਹ ਆਇਆ ਸੀ ਮੇਰੇ ਕੋਲ ਕਿ ਇਨਸਾਫ ਤਾਂ ਮਿਲਿਆ ਨਹੀਂ ਜੀ। ਮੈਂ ਇਹੀ ਕਿਹਾ ਨਾ ਜੀ ਕਿ ਦੇਖੋ ਬੂਟਾ ਸਿੰਘ ਨੂੰ ਉੱਥੇ ਗੋਲੀ ਲੱਗੀ, ਉੱਥੋਂ ਕੋਠੇ ਬੜਿੰਗ ਗੁਰਦੁਆਰਾ ਸਾਹਿਬ ਗਿਆ, ਕੁਝ ਲੋਕਾਂ ਦੇ ਨਾਲ ਉਹਨੇ ਤਾਲਮੇਲ ਕਰਕੇ ਲੋਕੀ ਉਹਨੂੰ ਲੈ ਕੇ ਬਠਿੰਡਾ ਸਿਵਲ ਹਸਪੀਟਲ ਲੈ ਗਏ, ਮਗਰ ਡੀਐਸਪੀ ਜਾ ਰਿਹਾ ਹੈ। ਜਦੋਂ ਮੈਂ ਫੇਸਬੁੱਕ ਤੇ ਲਿਖਿਆ ਸੀ ਤਾਂ ਲੋਕਾਂ ਨੇ ਇਹ ਕਿਹਾ ਕਿ ਦੇਖੋ ਇਹਨਾਂ ਨੇ ਡੀਐਸਪੀ ਦਾ ਨਾਂ ਨਹੀਂ ਲਿਖਿਆ। ਹੁਣ ਮੈਂ ਤੁਹਾਨੂੰ ਕਰ ਦੇਣਾ ਹਾਂ, ਡੀਐਸਪੀ ਦਵਿੰਦਰ ਸਿੰਘ ਸੀਗਾ ਜੀ। ਡੀਐਸਪੀ ਦਵਿੰਦਰ ਸਿੰਘ ਜਾ ਕੇ ਡਾਕਟਰਾਂ ਨੂੰ ਧਮਕੀਆਂ ਦੇ ਕੇ ਕਿ ਚਲੋ ਜੀ ਡਿਸਚਾਰਜ ਕਰੋ, ਡਾਕਟਰ ਜ਼ਬਰਦਸਤੀ ਉਹਨੂੰ ਡਿਸਚਾਰਜ ਕਰਕੇ ਉਹਨੂੰ ਛੱਡ ਦਿੱਤਾ। ਉਹ ਆਰਐਮਪੀ ਡਾਕਟਰ ਕਿਸੇ ਪਿੰਡ ਦੇ ਵਿੱਚ ਡਾਕਟਰ ਦੇ ਨਾਲ ਜਾ ਕੇ ਆਪਣਾ ਇਲਾਜ ਕਰਵਾਇਆ, ਗੋਲੀ ਕਟਵਾਈ। ਤਾਂ ਇਸ ਤਰ੍ਹਾਂ ਦੇ ਗਵਾਹਾਂ ਨੂੰ ਅਸੀਂ ਲੱਭਿਆ ਜੀ। ਇਹ ਨਹੀਂ ਹੈ ਕਿ ਮਤਲਬ ਇਹ ਗਵਾਹ ਸਿੱਧੇ ਸਾਡੇ ਕੋਲ ਆ ਜਾਂਦੇ ਸੀਗੇ। ਅਸੀਂ ਹਾਲਾਤ ਦੇਖ ਕੇ ਲੋਕਾਂ ਕੋਲੋਂ ਪੁੱਛ ਕੇ ਅਸੀਂ ਜਾਣਦੇ ਸੀ ਜਾਂ ਬੁਲਾਉਂਦੇ ਸੀ, ਤਾਂ ਅਸੀਂ ਇਸ ਤਰ੍ਹਾਂ ਦੇ ਗਵਾਹ ਲੱਭੇ ਜੀ। ਉਹਨਾਂ ਦਾ ਦੁਬਾਰਾ ਅਸੀਂ ਮੈਡੀਕਲ ਕਰਵਾਇਆ ਜੀ। ਸੋਚੋ ਕਿਉਂ? ਕੁਛ ਨਾ ਕੁਛ ਕਾਗਜ਼ ਤਾਂ ਹੈ ਨਹੀਂ ਜੀ, ਕੁਛ ਨਾ ਕੁਛ ਕਾਗਜ਼ ਕਿਸੇ ਨਾ ਕਿਸੇ ਥਾਂ ਤੇ ਲੱਭ ਜਾਂਦਾ ਸੀ। ਤਾਂ ਕਠਿਨਾਈ ਹੁੰਦੀ ਹੈ ਇਨਵੈਸਟੀਗੇਸ਼ਨ ਦੇ ਵਿੱਚ, ਲੇਕਿਨ ਜੇਕਰ ਮਤਲਬ ਜਜ਼ਬਾ ਹੋਵੇ ਨਾ ਤਾਂ ਤੁਸੀਂ ਸਭ ਕੁਝ ਕਰ ਸਕਦੇ ਹੋ। ਤਾਂ ਅਸੀਂ ਕੁਝ ਨਹੀਂ ਕੀਤਾ। ਬੂਟਾ ਸਿੰਘ ਦਾ ਬਿਆਨ ਹੈ, ਬੂਟਾ ਸਿੰਘ ਦਾ ਮੈਡੀਕਲ ਹੈ, ਅਜੀਤ ਸਿੰਘ ਦਾ ਬਿਆਨ ਹੈ, ਅਜੀਤ ਸਿੰਘ ਦਾ ਮੈਡੀਕਲ ਹੈ। ਤਾਂ ਇਸ ਕਰਕੇ ਜੋ ਜਿਹਨਾਂ ਸ਼ਖਸੀਅਤਾਂ ਦਾ ਨਾਂ ਲਿਆ ਉਹਨਾਂ ਦਾ ਬਿਆਨ ਹੈ। ਅਬ ਮੰਨ ਲਓ ਉਹਦੇ ਵਿੱਚ ਗਿਆਨੀ ਇਕਬਾਲ ਸਿੰਘ ਜੀ ਜਾਂ ਸਰਦਾਰ ਤਰਲੋਚਨ ਸਿੰਘ ਜੀ ਜੋ ਗੱਲ ਕਹਿ ਰਹੇ ਨੇ, ਉਹ ਗੱਲ ਜੇਕਰ ਬਾਦਲ ਸਾਹਿਬ ਦੇਖਣਗੇ, ਸੁਣਨਗੇ, ਦੇਖ ਤਾਂ ਲਿਆ ਹੀ ਹੋਊਗਾ। ਫਿਰ ਪੈਰਾਂ ਥੱਲੇ ਦੇਖੋ ਜ਼ਮੀਨ ਖਿਸਕ ਜਾਣੀ ਹੈ। ਕਿਉਂ? ਉਹਨਾਂ ਸ਼ਖਸੀਅਤਾਂ ਨੇ ਝੂਠ ਨਹੀਂ ਬੋਲਣਾ ਹੈ। ਮੈਂ ਤੁਹਾਡੇ ਸਵਾਲ 'ਤੇ ਆਉਣਾ ਹੈ। ਕੇਸ ਦੇ ਵਿੱਚ ਕੋਈ ਕਮੀ ਨਹੀਂ ਕੱਢ ਸਕਦਾ ਜੀ। ਅੱਜ ਤੱਕ ਇੱਕ ਲਾਈਨ ਕਿਸੇ ਨੇ ਗਲਤ ਨਹੀਂ ਠਹਿਰਾ ਸਕਿਆ ਜੀ, ਕਿਸੇ ਨੇ ਵੀ ਜੀ। ਠੀਕ ਹੈ, ਇਨਵੈਸਟੀਗੇਸ਼ਨ ਹੁੰਦਾ ਕੀ ਹੈ? ਗਵਾਹਾਂ ਦਾ ਬਿਆਨ ਹੁੰਦਾ ਹੈ ਅਤੇ ਜੋ ਅਸੀਂ ਡਾਕੂਮੈਂਟਸ ਕਲੈਕਟ ਕਰਦੇ ਹਾਂ ਉਹਦਾ ਇੱਕ ਸੰਗ੍ਰਹ ਹੁੰਦਾ ਹੈ। ਉਹ ਇਕੱਠਾ ਕਰਕੇ ਇੱਕ ਫਾਰਵਰਡਿੰਗ ਲੈਟਰ ਬਣਦਾ ਹੈ ਜੀ। ਉਹਨੂੰ ਤੁਸੀਂ ਰਿਪੋਰਟ ਨਹੀਂ ਕਰ ਸਕਦੇ, ਉਹ ਚਲਾਨ ਹੁੰਦਾ ਹੈ ਜੀ। ਤਾਂ ਰਿਪੋਰਟ ਖਾਰਿਜ ਹੋ ਗਈ, ਰਿਪੋਰਟ ਕੁਛ ਨਹੀਂ ਹੈ ਜੀ। ਉਹ ਤਾਂ ਇੱਕ ਫਾਰਵਰਡਿੰਗ ਲੈਟਰ ਹੁੰਦਾ ਹੈ, ਫਾਰਵਰਡਿੰਗ ਨੋਟ ਹੁੰਦਾ ਹੈ ਛੋਟਾ ਸਾ। ਠੀਕ ਹੈ, ਉਹ ਫਾਰਵਰਡਿੰਗ ਨੋਟ ਮੇਰਾ 51 ਪੇਜ ਦਾ ਸੀ, ਕਿਉਂਕਿ ਕੇਸ ਵੱਡਾ ਸੀਗਾ ਜੀ, ਸਮਝਣ ਵਾਸਤੇ ਸੀਗਾ। ਉਹਦੇ ਵਿੱਚ ਮੇਰਾ ਆਪਣਾ ਕੁਝ ਵੀ ਨਹੀਂ ਹੈ ਜੀ। ਮੇਰਾ ਆਪਣਾ ਪ੍ਰੈਜੈਂਟੇਸ਼ਨ ਦਾ ਤਰੀਕਾ ਹੈ ਜੀ, ਕਿਉਂਕਿ ਮੈਂ ਵਕੀਲ ਵੀ ਹਾਂ, LLB ਪਹਿਲਾਂ ਕੀਤੀ ਹੋਈ ਸੀ, ਔਰ ਮੈਂ ਪੁਲਿਸ ਅਫਸਰ ਵੀ ਹਾਂ। ਦੋ ਅਫਸਰਾਂ ਦੀ ਗੱਲ ਤੁਸੀਂ ਕਰਦੇ ਹੋ, ਪ੍ਰਬੋਧ ਕੁਮਾਰ ਦੀ, LK ਯਾਦਵ ਜੀ। ਇਹ ਦੋ LK ਯਾਦਵ ਨਹੀਂ, ਜੋ ਪਹਿਲਾਂ ਸੀਗੇ ਸੀਟ ਦੇ ਮੈਂਬਰ, ਅਰੁਣਪਾਲ ਸਿੰਘ, ਪ੍ਰਬੋਧ ਕੁਮਾਰ ਜੋ ਅੰਮ੍ਰਿਤਸਰ CP ਲਗੇ ਨੇ, ਅਰੁਣਪਾਲ ਜੀ, ਔਰ ਜੋ ਇੰਟੈਲੀਜੈਂਸ ਦੇ ਮੁਖੀ ਲਗੇ ਸੀਗੇ, ਕੀ ਨਾਂ ਹੈ ਉਹਨਾਂ ਦਾ, ਪ੍ਰਬੋਧ ਕੁਮਾਰ ਜੀ। ਇਹਨਾਂ ਨੇ ਇੱਕ ਵੀ ਜਿਮਨੀ ਲਿਖੀ ਹੈ ਤਾਂ ਮੈਨੂੰ ਦੱਸ ਦਿਓ। ਤਫਤੀਸ਼ ਦਾ ਮਤਲਬ ਹੁੰਦਾ ਹੈ ਕੇਸ ਡਾਇਰੀ। ਕੇਸ ਡਾਇਰੀ ਨੂੰ ਅਸੀਂ ਜਿਮਨੀ ਕਹਿੰਦੇ ਹਾਂ ਜੀ। ਇੱਕ ਵੀ ਜਿਮਨੀ, ਕਿਉਂਕਿ ਸੈਪਟੈਂਬਰ ਦੇ ਵਿੱਚ ਇਨਵੈਸਟੀਗੇਸ਼ਨ ਸ਼ੁਰੂ ਹੋਇਆ ਸੀ 2018 ਦੇ ਵਿੱਚ। ਇੱਕ ਹੋਰ ਗੱਲ ਤੁਹਾਨੂੰ ਇੰਪੋਰਟੈਂਟ ਦੱਸਦਾ ਹਾਂ, ਜੋ ਪੰਜਾਬ ਦੀ ਵਿਧਾਨ ਸਭਾ ਹੈ ਨਾ, ਸਾਡੀ SID ਦੀ ਸ਼ੁਰੂਆਤ ਉੱਥੋਂ ਹੋਈ ਸੀ। ਵਿਧਾਨ ਸਭਾ ਦਾ ਇੱਕ ਵਿਸ਼ੇਸ਼ ਸਤਰ, ਸਪੈਸ਼ਲ ਸੈਸ਼ਨ 28 ਅਗਸਤ 2018 ਨੂੰ ਬੁਲਾਇਆ ਗਿਆ ਸੀ, ਔਰ ਉਸ ਦਿਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਹਿਸ ਹੋਈ ਸੀਗੀ, ਜਿਸ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਨਵਜੋਤ ਸਿੰਘ ਸਿੱਧੂ ਇਸ ਤਰ੍ਹਾਂ ਕਰਦੇ ਨੇ ਕਿ ਇਨਸਾਫ ਦੇ ਦਿਓ ਜੀ, ਇਨਸਾਫ ਦੇ ਦਿਓ। ਠੀਕ ਹੈ ਕਿ ਨਹੀਂ? ਤੇ ਉਸ ਦਿਨ ਜਿਹੜਾ ਮਤਾ ਪਾਸ ਹੋਇਆ ਸੀ, ਜੋ ਰਿਸੋਲੂਸ਼ਨ ਪਾਸ ਹੋਇਆ ਸੀ, ਉਸ ਰਿਸੋਲੂਸ਼ਨ ਦੇ ਆਧਾਰ ਤੇ ਸਾਡੀ SIT ਦਾ ਗਠਨ ਹੋਇਆ ਸੀ। ਠੀਕ ਹੈ, ਤਾਂ ਹੁਣ ਵੀ ਮੈਨੂੰ ਜਦੋਂ ਵੀ ਮੌਕਾ ਮਿਲੇਗਾ, ਮੈਂ ਮਾਨਯੋਗ ਸਪੀਕਰ ਸਾਹਿਬ ਨੂੰ ਇਹੀ ਬੇਨਤੀ ਕਰਨਾ ਹੈ ਜੀ ਕਿ ਜੋ ਮਤਾ ਉਦੋਂ ਪਾਸ ਹੋਇਆ ਸੀ ਤਾਂ ਉਸ ਦਾ ਕਿਸੇ ਨਾ ਕਿਸੇ ਥਾਂ ਤੇ ਕਨਕਲੂਜਨ ਤਾਂ ਲਿਆਉਣਾ ਹੈ ਨਾ ਜੀ। ਤਾਂ ਹੁਣ ਭਾਵੇਂ ਜੋ ਇਨਵੈਸਟੀਗੇਸ਼ਨ ਚੱਲ ਰਿਹਾ ਹੈ, ਜਾਂ ਜੋ ਕੇਸ ਹੋ ਗਿਆ ਹੈ, ਜਾਂ ਜੋ ਵੀ ਕੁਝ ਹੋਇਆ ਹੈ, ਇੱਕ ਵਾਰੀ ਉੱਥੇ ਬਹਿਸ ਤਾਂ ਜ਼ਰੂਰ ਕਰਾਓ ਉਸੇ ਹਾਊਸ ਦੇ ਵਿੱਚ, ਕਿਉਂਕਿ ਇਸ ਦੀ ਸ਼ੁਰੂਆਤ ਹੀ ਉਸ ਹਾਊਸ ਤੋਂ ਹੋਈ ਹੈ, ਤਾਂ ਉਹਦਾ ਕਲਮੀਨੇਸ਼ਨ ਵੀ, ਕਨਕਲੂਜਨ ਵੀ ਹਾਊਸ ਦੇ ਵਿੱਚ ਹੀ ਹੋਣਾ ਚਾਹੀਦਾ ਹੈ। ਤੇ ਮੈਂ ਬੇਨਤੀ ਜ਼ਰੂਰ ਕਰਾਂਗਾ। ਸਰਕਾਰ ਬਣੀ ਸੀ, ਮਾਨਯੋਗ CM ਸਾਹਿਬ ਨੇ ਓਥ ਲੈ ਲਿਆ ਸੀ, ਵਜ਼ਾਰਤ ਬਣ ਗਈ ਸੀ, ਉਦੋਂ ਵੀ ਮੈਂ ਚਿੱਠੀ ਦੇ ਦਿੱਤੀ ਹੈ, ਬਹੁਤ ਇੱਕ ਸੰਖੇਪ ਦੇ ਵਿੱਚ ਚਿੱਠੀ, ਕਿ ਇਹ ਚੀਜ਼ ਕਰਨਾ ਹੈ ਤੇ ਮੇਰੀਆਂ ਸੇਵਾਵਾਂ 24 ਆਵਰ ਹਾਜ਼ਰ ਨੇ। ਤੇ ਕਹਿਣ ਦਾ ਮਤਲਬ ਹੈ ਕਿ ਚੀਫ ਮਿਨਿਸਟਰ ਸਾਹਿਬ ਦੀ ਆਪਣੀ ਮਜਬੂਰੀ ਹੈ। ਮੈਂ ਵੀ ਦੇਖਿਆ ਕਿ ਉਹ ਮਜਬੂਰੀ ਕੀ ਹੈ। ਠੀਕ ਹੈ, ਨਵੀਂ ਸਰਕਾਰ ਹੈ, ਸਾਰਾ ਕੁਝ ਹੈ, ਤਾਂ ਮੈਂ ਹਾਊਸ ਦੇ ਵਿੱਚ ਇਹ ਗੱਲ ਰੱਖ ਦਿੱਤੀ, ਕਿਉਂਕਿ ਮੈਂ ਸਟੱਡੀ ਕੀਤੀ ਕਿ ਕਾਰਨ ਕੀ ਹੈ, ਕਿ ਜੇਕਰ ਮੰਨ ਲਓ ਸਰਕਾਰ ਚਾਹੁੰਦੀ ਹੈ ਕਿ ਇਨਸਾਫ ਮਿਲੇ। ਹਾਂ, ਇਹ ਜ਼ਰੂਰ ਹੈ ਕਿ ਜਿੰਨਾ ਵੋਕਲ ਸੀਗੇ ਚੀਫ ਮਿਨਿਸਟਰ ਸਾਹਿਬ ਇਲੈਕਸ਼ਨ ਤੋਂ ਪਹਿਲਾਂ
ਇਲੈਕਸ਼ਨ ਤੋਂ ਬਾਅਦ ਮਤਲਬ ਇਸ ਮੁੱਦੇ ਤੇ ਉੱਤੇ ਉਹਨਾਂ ਦਾ ਮਤਲਬ ਬਹੁਤ ਥੋੜਾ ਬਿਆਨ ਆਇਆ ਸੀ, ਇਸ ਕਰਕੇ ਲੋਕੀ ਮਤਲਬ ਉਸ ਚੀਜ਼ ਨੂੰ ਵੱਖਰੇ ਤੌਰ ਤੇ ਲੈਂਦੇ ਸੀ। ਲੇਕਿਨ ਤੁਸੀਂ ਦੇਖੋ, ਮੇਰੀਆਂ ਚਿੱਠੀਆਂ ਵੀ ਨੇ ਤੇ ਹਰ ਹਾਲ ਦੇ ਵਿੱਚ ਦੇਖੋ, ਮੈਂ ਨੌਕਰੀ ਛੱਡੀ ਹੈ ਜੀ ਇਸ ਮੁੱਦੇ ਦੇ ਉੱਤੇ, ਬਰਗਾੜੀ, ਬਹਬਲ ਕਲਾਂ, ਕੋਟਕਪੂਰਾ ਦੇ ਮੁੱਦੇ ਉੱਤੇ, ਤੇ ਮੇਰੇ ਵਾਸਤੇ ਅੱਜ ਦੀ ਤਾਰੀਖ ਦੇ ਵਿੱਚ ਇਹ ਮੁੱਦਾ ਹੀ ਸੁਪਰੀਮ ਹੈ ਜੀ, ਮੁੱਦਾ ਹੀ ਸੁਪਰੀਮ ਹੈ। ਜਿਹੜਾ ਮੁੱਦਾ ਹੈ, ਜਿਸ ਮੁੱਦੇ ਤੇ ਮੈਂ ਨੌਕਰੀ ਛੱਡੀ ਹੈ, ਮੁੱਦੇ ਨੂੰ ਨਹੀਂ ਛੱਡ ਸਕਦਾ। ਕਿਉਂ? ਪੰਜਾਬ ਦੇ 3 ਕਰੋੜ ਲੋਕ। ਇਹ ਵੀ ਨਹੀਂ ਕਹੋ, ਕਈ ਲੋਕੀ ਬੋਲਦੇ ਨੇ ਕਿ ਇਹ ਕੇਵਲ ਸਿੱਖਾਂ ਦਾ ਮਸਲਾ ਹੈ, ਇਹ ਸਾਰੀ ਮਨੁੱਖਤਾ ਦਾ ਮਸਲਾ ਹੈ ਜੀ। ਭਾਵੇਂ ਕੋਈ ਸਿੱਖ ਹੈ, ਭਾਵੇਂ ਕੋਈ ਹਿੰਦੂ ਹੈ, ਚਾਹੇ ਮੁਸਲਮਾਨ ਹੈ, ਚਾਹੇ ਕੋਈ ਕਿਸੇ ਹੋਰ ਧਰਮ ਨੂੰ ਮੰਨਣ ਵਾਲਾ ਹੈ ਜੀ, ਇਹ ਸਾਰਿਆਂ ਦਾ ਸਾਂਝਾ ਮਸਲਾ ਹੈ। ਮੈਂ ਬਾਰ-ਬਾਰ ਸਾਰਿਆਂ ਨੂੰ ਬੋਲਦਾ। ਔਰ ਬੇਅਦਬੀ ਵੀ ਸਾਰੇ ਧਰਮਾਂ ਦੇ ਗ੍ਰੰਥਾਂ ਦੀ ਹੋਈ ਸੀਗੀ, ਠੀਕ ਹੈ। ਇਹਨਾਂ ਨੇ ਪ੍ਰੋਟੈਸਟ ਕੀਤਾ, ਗੋਲੀ ਚੱਲ ਗਈ ਤਾਂ ਜ਼ਿਆਦਾ ਹਾਈਲਾਈਟ ਹੋ ਗਿਆ। ਅਦਰਵਾਈਜ਼ ਰਾਮਾਇਣ ਤੇ ਭਗਵਤ ਗੀਤਾ ਦੇ ਵੀ ਬੇਅਦਬੀ ਹੋਈ ਸੀਗੀ, ਕੁਰਾਨ ਸ਼ਰੀਫ ਦੀ ਵੀ ਹੋਈ ਸੀਗੀ, ਹੋਲੀ ਬਾਈਬਲ ਦੀ ਵੀ ਹੋਈ ਸੀਗੀ, ਠੀਕ ਹੈ ਕਿ ਨਹੀਂ ਬੇਅਦਬੀ। ਅੱਛਾ, ਸਾਰੇ ਧਰਮਾਂ ਦੇ ਗ੍ਰੰਥਾਂ ਦੀ ਬੇਅਦਬੀ ਉਸੇ ਦੌਰਾਨ ਕਿਉਂ ਹੋਈ ਹੈ? ਦੇਖੋ, ਇਹ ਸਾਰੀ ਚੀਜ਼ ਵੀ ਮੈਂ ਲਿਖੀ ਹੋਈ ਹੈ ਉਹਦੇ ਵਿੱਚ, ਕਿਉਂਕਿ ਗੋਲੀ ਚਲੀ ਹੈ, ਬੇਅਦਬੀ ਤੋਂ ਬਾਅਦ ਹੀ ਪ੍ਰੋਟੈਸਟ ਹੋਇਆ ਨਾ, ਬੇਅਦਬੀ ਹੋਇਆ, ਪ੍ਰੋਟੈਸਟ ਤੋਂ ਬਾਅਦ ਗੋਲੀ ਚਲੀ, ਤਾਂ ਮੈਂ ਗੋਲੀ ਕਾਂਡ ਦੀ ਤਫਤੀਸ਼ ਕਰਦਾ ਸੀ। ਦੂਸਰੇ ਵਾਸਤੇ ਚਲੋ ਬੇਅਦਬੀ ਵਾਸਤੇ ਇੱਕ ਹੋਰ ਸਿੱਟ ਬਣਾ ਦਿੱਤੀ ਗਈ, ਉਹ ਵੱਖਰੀ ਗੱਲ ਹੈ। ਤੇ ਮੇਰਾ ਇਹ ਕਹਿਣਾ ਹੈ ਕਿ ਪਾਰਟੀ ਦੇ ਫੋਰਮ ਦੇ ਉੱਤੇ, ਸਰਕਾਰ ਦੇ ਫੋਰਮ ਦੇ ਉੱਤੇ ਮੈਂ ਹਮੇਸ਼ਾ ਇਹ ਗੱਲ ਰੱਖਦਾ ਹਾਂ। ਆਗੇ ਦੇਖੋ ਕੀ ਹੁੰਦਾ ਹੈ। ਤਾਂ ਮੈਂ ਗੱਲ ਇਹ ਕਰ ਰਿਹਾ ਸੀ ਕਿ ਮੈਨੂੰ ਹੁਣ ਤੱਕ ਇਹੀ ਇੱਕ ਕਨਕਲੂਜਨ ਆਇਆ ਕਿ ਜਿਹੜੀ SIT ਹੈ ਨਾ ਜੀ, ਆਊਟ ਆਫ ਵੇ ਕੈਪਟਨ ਅਮਰਿੰਦਰ ਸਿੰਘ ਜੀ ਦੀ ਸਰਕਾਰ ਨੇ ਬਣਾਈ ਸੀ, ਤਾਂ ਉਹ ਜਿਹੜੀ SIT ਹੈ, ਉਹ ਵੀ ਖਾਸ ਕਰਕੇ ਉਦੋਂ ਜਦੋਂ ਬੰਦਾ ਇੰਟਰੋਗੇਸ਼ਨ ਤੋਂ ਬਾਅਦ ਨਿਕਲ ਕੇ ਕੁੰਵਰ ਵਿਜੇ ਪ੍ਰਤਾਪ ਨੂੰ ਧਮਕੀਆਂ ਦੇ ਰਿਹਾ ਹੈ, ਤਾਂ ਮੈਨੂੰ ਇਹ ਲੱਗਿਆ ਕਿ ਹੁਣ ਇਹ SIT ਇਨਸਾਫ ਦੇ ਨਹੀਂ ਸਕਦੀ। ਸਰਕਾਰ ਦੀ ਮਰਜ਼ੀ ਹੈ ਕਿ ਐਸੇ SIT ਨੂੰ ਮਤਲਬ ਕੰਮ ਕਰਨ ਦਿੱਤਾ ਜਾਵੇ ਜਾਂ ਕੋਈ ਨਵੀਂ SIT ਬਣਾਈ ਜਾਵੇ। ਮੈਂ ਤਾਂ ਇਹ ਕਹਾਂ ਕਿ ਦੇਖੋ, ਇੱਕ ਇੰਸਪੈਕਟਰ ਰੈਂਕ ਦੇ ਅਫਸਰ ਦੀ ਜ਼ਿੰਮੇਵਾਰੀ ਲਗਾ ਦੋਗੇ ਨਾ ਔਰ ਬੋਲ ਦੋ ਕਿ ਹਾਂ ਜੀ ਇਨਸਾਫ ਕਰਨਾ ਹੈ, ਤਾਂ 30 ਦਿਨ ਤੋਂ ਜ਼ਿਆਦਾ ਨਹੀਂ ਲਗਾਏਗਾ। ਇੱਕ ਇੰਸਪੈਕਟਰ ਜਿਹਨੂੰ ਪੋਲਿਟਿਕਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਜਿਹਨੂੰ ਕੇਵਲ ਕਾਨੂੰਨ ਤੇ ਪੁਲਿਸ ਰੂਲ ਆਉਂਦਾ ਹੋਵੇ, ਤਫਤੀਸ਼ ਆਉਂਦੀ ਹੋਵੇ, ਉਹ ਇਨਵੈਸਟੀਗੇਸ਼ਨ ਕਰਕੇ 30 ਦਿਨ ਦੇ ਵਿੱਚ ਦੇ ਦੇਗਾ। ਕਿਸੇ ADGP, ਕਿਸੇ DGP ਦੀ ਲੋੜ ਇਹਦੇ ਵਿੱਚ। ਉਸ ਹਰ ਦਰਵਾਜ਼ੇ ਤੇ ਜਾਂਦਾ ਹਾਂ ਜਿੱਥੇ ਮੈਨੂੰ ਇਨਸਾਫ ਦੀ ਉਮੀਦ ਵਿਖਾਈ ਦਿੰਦੀ ਹੈ। ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ ਵੈਰੀ ਮਚ। ਔਰ ਤੁਸੀਂ ਇਸੇ ਤਰ੍ਹਾਂ ਦੇ ਦਿਓ ABC ਪੰਜਾਬ। ਤੁਹਾਡਾ ਬਹੁਤ ਬਹੁਤ ਧੰਨਵਾਦ।